इस वक्त साडी जो स्थिति बनी हुई है पंजाब दे विच किसान दी जदों गल असीं करदे हां, मिट्टी साडी दी सेहत खराब हो गई है। ਇਹਦੇ ਲਈ ਕਿਹੜੇ ਫੈਕਟਰ ਜ਼ਿੰਮੇਵਾਰ ਆ? ਜਿਹੜੇ ਬਚੇ ਹੋਏ ਛਿਲਕੇ ਨੇ ਜਿਹਦੇ ਵਿੱਚ ਬਾਕੀ ਨਿਊਟ੍ਰੀਐਂਟ ਹੈ ਉਹ ਕਿੱਥੇ ਜਾ ਰਿਹਾ? ਉਹ ਅਸੀਂ ਇਹਦੇ ਕੂੜਿਆਂ ਦੇ ਢੇਰ ਲਾਏ ਹੋਏ ਨੇ, ਢੇਰ ਦੇ ਅੰਦਰ ਨਾ ਹਵਾ ਲੱਗੇ ਨਾ ਆਕਸੀਜਨ ਲੱਗੇ, ਤਾਂ ਇਸ ਤਰ੍ਹਾਂ ਸੜਦਾ ਉਹ ਕਿ ਲੀਚੇਟਸ ਬਣਦੇ ਨੇ। ਗੰਦਾ ਜਿਹੜੀ ਚੀਜ਼ ਅੰਮ੍ਰਿਤ ਬਣਨੀ ਸੀ ਉਹ ਜ਼ਹਿਰ ਬਣ ਰਹੀ ਹੈ। ਮੁੱਕਦੀ ਗੱਲ ਇਹ ਕਿ ਸੋਇਲ ਦੇ ਵਿੱਚੋਂ ਜਿਹੜੀ ਚੀਜ਼ ਅਸੀਂ ਬਾਹਰ ਕੱਢ ਰਹੇ ਹਾਂ ਉਹ ਉਹਦੇ 'ਚ ਵਾਪਸ ਤੱਤ ਨਹੀਂ ਜਾ ਰਹੇ। ਪਹਿਲੀ ਗੱਲ ਤਾਂ ਇਹ ਕੁਦਰਤੀ ਨਹੀਂ ਹੈਗਾ, ਤਾਂ ਇਹਨੂੰ ਕੁਦਰਤੀ ਨਾ ਕਹੀਏ। ਜੇ ਆਪਾਂ ਇਹਨੂੰ ਸਿੰਪਲੀ ਸਮਝੀਏ, ਆਰਗੈਨਿਕ ਕੀ ਹੁੰਦਾ? ਜੋ ਕਦੀ ਜਿਉਂਦਾ ਸੀ ਤੇ ਹੁਣ ਮਰ ਗਿਆ। ਜੇ ਸਿੰਪਲ ਸਰਲ ਅੱਖਰਾਂ 'ਚ ਸਮਝਣਾ ਤਾਂ ਜੇ ਮਿੱਟੀ ਦੇ ਅੰਦਰ ਕੋਈ ਚੀਜ਼ ਇਸ ਤਰ੍ਹਾਂ ਦੀ ਜਿਹੜੀ ਕਦੀ ਜਿੰਦਾ ਸੀ ਔਰ ਹੁਣ ਮਰ ਗਈ ਹੈ, ਚਾਹੇ ਉਹ ਪੌਦਾ ਹੈ, ਚਾਹੇ ਉਹ ਇਨਸਾਨ ਹੈ, ਚਾਹੇ ਕੁਛ ਵੀ ਹੈ, ਉਹਨੂੰ ਤੁਸੀਂ ਪਾਓ ਤਾਂ ਕੁਦਰਤ ਆਪਣੇ ਆਪ ਉਹਨੂੰ ਹਜ਼ਮ ਕਰ ਜਾਂਦੀ ਹੈ। ਡਾਈਜੈਸਟਿਵ ਸਿਸਟਮ ਹੈ। ਕੁਦਰਤ ਨੇ ਇੱਕ ਸੰਯਮ ਦੇ ਵਿੱਚ ਚੱਲਣਾ, ਇੱਕ ਕੁਦਰਤ ਦੀ ਟਾਈਮ ਲਾਈਨ ਹੈ। ਤਾਂ ਉਸ ਘਬਰਾਹਟ ਦੇ ਤਹਿਤ ਜ਼ਮੀਨ ਦੇ ਵਿੱਚ ਉਹਨੇ ਤੱਤ ਹੀ ਨਹੀਂ ਹੈ। 10,000 ਸਾਲ ਪਹਿਲਾਂ ਜਦੋਂ ਖੇਤੀ ਹੁੰਦੀ ਸੀ ਉਦੋਂ ਕੀ ਕਰਦੇ ਸੀ? ਬਹੁਤ ਜ਼ਿਆਦਾ ਲੋਕ ਨਹੀਂ ਸੀ ਹੁੰਦੇ, ਇੱਕ ਜਗ੍ਹਾ ਖੇਤੀ ਕਰਦੇ ਸੀ। ਜਦੋਂ ਜ਼ਮੀਨ ਦੇ ਤੱਤ ਘਟਦੇ ਸੀ, ਝਾੜ ਘਟਦਾ ਸੀ, ਉਸ ਜਗ੍ਹਾ ਨੂੰ ਛੱਡ ਦਿੰਦੇ ਸੀ, ਕਿਤੇ ਹੋਰ ਚਲੇ ਜਾਂਦੇ ਸੀ ਉਹ। ਸਭ ਤੋਂ ਵੱਡਾ ਨੁਕਸਾਨ ਤਾਂ ਕਿਸਾਨ ਨੂੰ ਹੋ ਰਿਹਾ। ਕੰਪਨੀਆਂ ਕਮਾ ਰਹੀਆਂ ਨੇ, ਮਸ਼ੀਨਰੀ ਵਾਲੇ ਕਮਾ ਰਹੇ ਨੇ, ਯੂਨੀਵਰਸਿਟੀਆਂ ਵਾਲੇ ਤਨਖਾਹਾਂ ਲੈ ਰਹੇ ਨੇ, ਮਾਹਿਰ ਲੈ ਰਹੇ ਨੇ, ਪਰ ਸਭ ਤੋਂ ਵੱਡਾ ਕਿਸਾਨ ਦਾ ਨੁਕਸਾਨ ਹੈ। ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਕਿਵੇਂ ਰੂਹ ਫੂਕ ਸਕਦਾ? ਜਦੋਂ ਧਰਤੀ ਬਣੀ ਸੀ ਉਦੋਂ ਵੀ ਇਹਨੂੰ ਰਹਿਣ ਦੇ ਲਾਇਕ ਉਹੀ ਸੂਖਸ਼ਮ ਜੀਵਾਂ ਨੇ ਬਣਾਇਆ ਸੀ। ਉਦੋਂ ਇੱਥੇ ਆਕਸੀਜਨ ਵੀ ਨਹੀਂ ਸੀ, ਸਾਰਾ ਬੁਰਾ ਹਾਲ ਸੀਗਾ। ਤਾਂ ਅੱਜ ਵੀ ਇਹ ਜਿਹੜੇ ਸਾਲਟ ਹੈਗੇ ਨੇ ਵਿੱਚ ਤੁਹਾਡੀ ਜ਼ਮੀਨ ਦੇ ਸੈੱਟ ਹੋ ਰਹੇ ਨੇ, ਇਹਨਾਂ ਨੂੰ ਦੁਬਾਰਾ ਤੋਂ ਮੁੜ ਪਲਾਂਟ ਫੂਡ ਦੇ ਵਿੱਚ ਜਾਂ ਇਹਨਾਂ ਨੂੰ ਮੁੜ ਕੇ ਚਲੰਤ ਕਰਨ ਵਾਸਤੇ ਵੀ ਮਾਈਕਰੋਬੀਅਲ ਐਕਟੀਵਿਟੀ, ਸੂਖਸ਼ਮ ਜੀਵਾਂ ਦੀ ਹੋਂਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਹੜੇ ਯੰਗਸਟਰਸ ਨੇ ਫਸਟਰੇਟ ਹੋ ਗਏ, ਫਸਟਰੇਟ ਹੋਣ ਦਾ ਵੀ ਕਾਰਨ ਹੈ ਕਿਉਂਕਿ ਮਿਹਨਤ ਕਰਨਾ ਉਹ ਜਾਣਦੇ ਨੇ, ਠੱਗੀ ਕਰਨੀ ਉਹਨਾਂ ਨੇ ਸਿੱਖੀ ਨਹੀਂ MBA ਕਰਕੇ, ਜਿਹਨੂੰ ਅਸੀਂ ਸਮਾਰਟ ਵਰਕ ਕਹਿੰਦੇ ਹਾਂ। ਅਤੇ ਅੱਜ ਜਦੋਂ ਕਿਸੇ ਚੀਜ਼ ਨੂੰ ਵੇਚਣ ਜਾਂਦੇ ਨੇ, ਵੇਚਣ ਵਾਲਾ ਸਮਾਰਟ ਵਰਕ ਕਰਦਾ, ਉਹਦਾ ਸ਼ੋਸ਼ਣ ਕਰਦਾ, ਉਹਨੇ ਕਰਨਾ ਹੀ ਕਰਨਾ। ਸਿਰਫ ਇੱਕੋ ਹੀ ਚੀਜ਼ ਦੀ ਉੱਥੇ ਕਮੀ ਹੈ ਕਿ ਸਮਾਰਟਨੈਸ ਨਹੀਂ ਹੈਗਾ। ਤੁਹਾਡੀ ਚੀਜ਼ ਦਾ ਮੁੱਲ ਪੈ ਰਿਹਾ, ਉਹ ਇੱਥੇ ਪੈ ਨਹੀਂ ਰਿਹਾ। ਉਹਦਾ ਜੇ ਕਸੂਰ ਅਸੀਂ ਕੱਢਦੇ ਹਾਂ ਸਭ ਤੋਂ ਪਹਿਲਾਂ ਸਾਡੇ 'ਤੇ ਹੈ, ਕਿਉਂਕਿ ਅਸੀਂ ਕਿਤੇ ਨਾ ਬੈਠ ਗਏ ਆਰਾਮ ਨਾਲ। ਔਰ ਤੁਸੀਂ ਇਹਨੂੰ ਭੋਲਾਪਨ ਕਹਿ ਲਓ ਜਾਂ ਤੁਸੀਂ ਇਹਨੂੰ ਆਲਸ ਕਹਿ ਲਓ, ਆਲਸ ਵੀ ਤੁਹਾਡੇ ਹੱਡਾਂ ਦੇ ਵਿੱਚ ਪੈ ਗਿਆ। ਕਿਉਂਕਿ ਸਮਝ ਤਾਂ ਉਹਨਾਂ ਨੂੰ ਵੀ ਹੈ ਕਿਤੇ ਨਾ ਕਿਤੇ ਕਿ ਜੇ ਮਿੱਟੀ ਜਿਉਂਦੀ ਨਹੀਂ, ਇਹਦੇ ਅੰਦਰ ਸੀਮੈਂਟ ਵਾਂਗੂ ਸਾਲਟ ਪੱਕ ਕੇ ਹਵਾ ਅੰਦਰ ਜਾ ਨਹੀਂ ਰਹੀ, ਗੁਡਾਈ ਕਰੋਗੇ ਤਾਂ ਰੂਟਸ ਟੁੱਟਦੀਆਂ ਨੇ, ਤਾਂ ਇਹਦੇ ਵਿੱਚ ਕੋਈ ਉਪਜ ਬਹੁਤੀ ਲੰਬੀ ਚੌੜੀ ਦੇਰ ਹੋਣ ਵਾਲੀ ਹੈ ਨਹੀਂ ਜੀ। ਤਾਂ ਮੇਰੇ ਹਿਸਾਬ ਨਾਲ ਤਾਂ ਮਿੱਟੀ ਨੂੰ ਜ਼ਿੰਦਾ ਕਰਨਾ ਤੋਂ ਇਲਾਵਾ ਆਪਸ਼ਨ ਕੋਈ ਨਹੀਂ। ਸਾਧਨ ਕਿੱਥੋਂ ਆਉਣਗੇ, ਨੌਲੇਜ ਕਿੱਥੋਂ ਆਏਗੀ? ਇਹਦੇ ਬਗੈਰ ਜੇ ਅਸੀਂ ਕਰ ਰਹੇ ਹਾਂ ਤਾਂ ਭੁਲੇਖਾ ਹੀ ਹੈ ਜੀ। ਪ੍ਰੋਗਰਾਮ ਫਾਰਮ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਅੱਜ ਕੱਲ੍ਹ ਜਦੋਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਖੇਤੀਬਾੜੀ ਮਾਹਿਰ, ਖੇਤੀਬਾੜੀ ਯੂਨੀਵਰਸਿਟੀ ਜਾਂ ਜਿੰਨੇ ਵੀ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਆ, ਬਾਗਾਂ ਵਾਲੇ ਨੇ ਜਾਂ ਕਿਸਾਨ ਵਿਸ਼ੇਸ਼ ਤੌਰ 'ਤੇ, ਉਹ ਇੱਕ ਗੱਲ ਕਰਦੇ ਆ ਕਿ ਅਸੀਂ ਖਾਦਾਂ ਪਾ ਰਹੇ ਹਾਂ, ਰੂੜੀ ਪਾ ਰਹੇ ਹਾਂ, ਪਰ ਨਿਕਲ ਕੁਝ ਨਹੀਂ ਰਿਹਾ। ਔਰ ਇਹ ਗੱਲ ਸਾਹਮਣੇ ਆ ਰਹੀ ਆ ਕਿ ਅਸੀਂ ਜ਼ਮੀਨ, ਇਹ ਜਿਹੜੀ ਮਿੱਟੀ ਹੈ, ਇਹਦੀ ਸਿਹਤ ਖਰਾਬ ਕਰ ਚੁੱਕੇ ਹਾਂ। ਬਹੁਤੇ ਲੋਕ ਤਾਂ ਕਹਿੰਦੇ ਨੇ ਕਿ ਜੀ ਇਹ ਮਿੱਟੀ ਦੀ ਸਿਹਤ ਕੀ ਹੁੰਦੀ ਹੈ, ਮਿੱਟੀ ਦਾ ਕੀ ਖਰਾਬ ਹੋਣਾ, ਮਿੱਟੀ ਤਾਂ ਮਿੱਟੀ ਹੈ। ਪਰ ਸਮੇਂ ਦੇ ਨਾਲ ਜਿਉਂ-ਜਿਉਂ ਗਿਆਨ ਵਧਿਆ, ਵਿਗਿਆਨ ਨੇ ਰਿਸਰਚ ਕੀਤੀ ਹੈ, ਤਾਂ ਇਹ ਗੱਲ ਸਪਸ਼ਟ ਹੋਈ ਹੈ ਕਿ ਜਿਉਂ-ਜਿਉਂ ਭਾਰ ਵਧਿਆ ਇਸ ਮਿੱਟੀ ਦੇ ਉੱਤੇ, ਭਾਵ ਕਿ ਇਹਦੇ ਵਿੱਚੋਂ ਅਸੀਂ ਫਸਲਾਂ, ਬੂਟੇ, ਹੋਰ ਬਨਸਪਤੀ ਕੱਢੀ ਹੈ, ਤਾਂ ਇਹਦੀ ਸਿਹਤ ਨੂੰ ਅਸੀਂ ਦਿੱਤਾ ਕੁਝ ਨਹੀਂ, ਇਹ 'ਚੋਂ ਕੱਢਿਆ। ਸੋ ਇਸ ਕਰਕੇ ਅੱਜ ਸਥਿਤੀ ਇਹ ਬਣ ਗਈ ਹੋਈ ਹੈ ਕਿ ਇਹਦੇ ਵਿੱਚੋਂ ਸਾਨੂੰ ਮਿਲਦਾ ਕੁਛ ਨਹੀਂ, ਬਿਮਾਰੀਆਂ ਮਿਲ ਰਹੀਆਂ ਨੇ ਔਰ ਅਸੀਂ ਪਰੇਸ਼ਾਨ ਹੋਏ ਹਾਂ। ਕਈ ਵਾਰੀ ਵੱਡੀਆਂ ਲੈਬੋਰਟਰੀਜ਼ ਦੇ ਵਿੱਚ ਰਿਸਰਚ ਹੋ ਰਹੀ ਹੈ ਕਿ ਜ਼ਮੀਨ ਨੂੰ ਕਿਵੇਂ ਠੀਕ ਕੀਤਾ ਜਾਵੇ, ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਜੈਕਟ ਚੱਲਦੇ ਆ। ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਇਨਸਾਨ ਨੂੰ ਮਿਲਾਵਾਂਗੇ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਨਾਭੇ ਦੇ ਰਹਿਣ ਵਾਲੇ ਨੇ, ਰਾਜਪਾਲ ਮੱਖਣੀ। ਉਹਨਾਂ ਦਾ ਪਿਛਲਾ ਲੰਮਾ ਸਮਾਂ ਉਹਨਾਂ ਨੇ ਬਹੁਤ ਤਜਰਬੇ ਕੀਤੇ ਹੈ, ਬਾਹਰਲੇ ਮੁਲਕਾਂ 'ਚ ਵੀ ਗਏ ਨੇ, ਪਰ ਜ਼ਮੀਨ ਦੇ ਨਾਲ ਉਹ ਜੁੜ ਕੇ ਉਹਨਾਂ ਨੇ ਇੱਕ ਨਵਾਂ ਕਨਸੈਪਟ ਤਿਆਰ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਜ਼ਮੀਨ ਨੂੰ ਹੁਣ ਦੁਬਾਰੇ ਇਹਦੀ ਸਿਹਤ ਨੂੰ ਤੰਦਰੁਸਤ ਕਰਕੇ ਇਹਦੇ ਵਿੱਚੋਂ ਵਧੀਆ ਖੁਰਾਕ ਕੱਢ ਸਕਦੇ ਹਾਂ। ਇਹਨਾਂ ਨੇ ਛੋਟਾ ਜਿਹਾ ਇਹ ਇੱਕ ਪ੍ਰੋਜੈਕਟ ਹੈ ਇਹਨਾਂ ਦਾ, ਲੈਬੋਰਟਰੀ ਕਹਿ ਲਵੋ, ਜਿਹਦੇ ਵਿੱਚ ਇਹਨਾਂ ਨੇ ਬੂਟੇ ਲਾਏ ਹੋਏ ਹੈ, ਇਹਨਾਂ ਨੇ ਟੈਕਨੀਕਲ ਕੁਝ ਨਾ ਕੁਝ ਸਿਸਟਮ ਬਣਾਏ ਹੋਏ ਹੈ, ਜਿੱਥੇ ਅਸੀਂ ਖਲੋ ਕੇ ਮੁਲਾਕਾਤ ਇਹਨਾਂ ਨਾਲ ਕਰ ਰਹੇ ਹਾਂ। ਇਹਦੇ ਥੱਲੇ ਬਹੁਤ ਵੱਡਾ ਟੈਂਕ ਬਣਾਇਆ ਇਹਨਾਂ ਨੇ ਪਾਣੀ ਵਾਲਾ। ਸੋ ਬਹੁਤ ਸਾਰੇ ਛੋਟੇ ਕਨਸੈਪਟ ਨੇ ਇਹਨਾਂ ਕੋਲੇ ਜੋ ਇੱਕ ਆਸ ਦੀ ਕਿਰਨ ਦਿੰਦੇ ਆ ਕਿ ਅਸੀਂ ਆਪਣੀ ਇਸ ਜ਼ਮੀਨ 'ਚੋਂ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਰੂਹ ਇਹਦੇ ਵਿੱਚੋਂ ਲੱਭਣੀ ਆ।
ਸੋ ਰਾਜਪਾਲ ਸਾਹਿਬ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬੜਾ ਸਾਹਿਬ, ਜੀ ਆਇਆਂ ਨੂੰ। ਤੁਸੀਂ ਆਏ ਇੱਥੇ, ਬੜਾ ਧੰਨਵਾਦ। ਦੂਸਰੀ ਗੱਲ ਹੈ ਕਿ ਰਾਜਪਾਲ ਸਾਹਿਬ ਇੱਥੋਂ ਪੰਜਾਬ ਪਬਲਿਕ ਸਕੂਲ ਨਾਭਾ ਦੇ ਪੜ੍ਹੇ ਹੋਏ ਆ। ਸੋਸ਼ਲ ਵਰਕਸ ਦੇ ਵਿੱਚ ਇਹਨਾਂ ਨੇ ਮਾਸਟਰਸ ਡਿਗਰੀ ਕੀਤੀ ਹੋਈ ਹੈ, ਬਹੁਤ ਕੁਝ ਜਾਣਦੇ ਨੇ। ਮੈਂ ਜੇ ਇਹਨਾਂ ਦੀ ਇੰਟਰੋਡਕਸ਼ਨ ਕਰਾਉਣ ਲੱਗਾ, ਸਾਇੰਸ ਬਾਰੇ ਇਹਨਾਂ ਨੂੰ ਇੰਨੀ ਨੌਲੇਜ ਹੈ ਕਿ ਬਹੁਤ ਛੋਟੀਆਂ ਬਰੀਕੀਆਂ ਜਿਨ੍ਹਾਂ ਨੂੰ ਸ਼ਾਇਦ ਸਾਇੰਟਿਸਟ ਵੀ ਨਾ ਜਾਣਦੇ ਹੋਣ, ਇਹਨਾਂ ਨੇ ਆਪਣੇ, ਅਸੀਂ ਤੁਹਾਨੂੰ ਵਿਖਾਵਾਂਗੇ ਕਿ ਆਪਣੇ ਇਸ ਫਾਰਮ ਦੇ ਵਿੱਚ ਇੱਕ ਬ੍ਰਹਿਮੰਡ ਸਿਰਜਿਆ ਹੋਇਆ ਹੈ, ਉਹ ਵੀ ਤੁਹਾਨੂੰ ਅਸੀਂ ਥੋੜ੍ਹੀ ਦੇਰ ਬਾਅਦ ਵਿਖਾਵਾਂਗੇ। ਪਰ ਸਭ ਤੋਂ ਪਹਿਲਾਂ ਰਾਜਪਾਲ ਸਾਹਿਬ ਸਾਨੂੰ ਇਹ ਦੱਸੋ ਕਿ ਇਸ ਵਕਤ ਸਾਡੀ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ, ਕਿਸਾਨ ਦੀ ਜਦੋਂ ਗੱਲ ਅਸੀਂ ਕਰਦੇ ਹਾਂ, ਮਿੱਟੀ ਸਾਡੀ ਦੀ ਸਿਹਤ ਖਰਾਬ ਹੋ ਗਈ ਹੈ, ਇਹਦੇ ਲਈ ਕਿਹੜੇ ਫੈਕਟਰ ਜ਼ਿੰਮੇਵਾਰ ਆ, ਕਿੱਥੇ ਅਸੀਂ ਗਲਤੀਆਂ ਕੀਤੀਆਂ ਨੇ ਔਰ ਜਿਹੜਾ ਅੱਜ ਸਾਨੂੰ ਭੁਗਤਣਾ ਪੈ ਰਿਹਾ? ਬੜਾ ਸਾਹਿਬ, ਇਸ ਤਰ੍ਹਾਂ ਹੈਗਾ ਕਿ ਇੱਕ ਗੱਲ ਤਾਂ ਪ੍ਰਤੱਖ ਹੈ ਕਿ ਸਾਰਾ ਕੁਝ ਆਉਂਦਾ ਤਾਂ ਮਿੱਟੀ 'ਚੋਂ ਹੀ ਹੈ। ਜਿੰਨੇ ਤੱਤ ਨੇ ਸਾਡੇ ਮਿੱਟੀ ਦੇ ਵਿੱਚੋਂ ਹੀ ਆਣੇ ਨੇ ਸਾਰੇ। ਅਤੇ ਇੱਕ ਵਰਡ ਅਸੀਂ ਬਹੁਤ ਅੱਜ ਕੱਲ੍ਹ ਯੂਜ਼ ਕਰਦੇ ਹਾਂ, ਨੈਚੁਰਲ ਫਾਰਮਿੰਗ। ਮੇਰੇ ਹਿਸਾਬ ਨਾਲ ਨੈਚੁਰਲ ਫਾਰਮਿੰਗ ਕੋਈ ਵਰਡ ਨਹੀਂ ਹੈ। ਇੱਥੋਂ ਹੀ ਸਾਰੇ ਭੁਲੇਖੇ ਪੈਂਦੇ ਚਲੇ ਜਾਂਦੇ ਨੇ। ਨੇਚਰ ਦੀ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਜੰਗਲ 55 ਲੱਖ ਸਾਲ ਤੋਂ ਵੀ ਸ਼ਾਇਦ ਪੁਰਾਣਾ ਜੰਗਲ ਐਮਾਜ਼ੋਨ, ਉਹਦੇ ਵਿੱਚ ਜੇ ਤੁਸੀਂ ਦੇਖੋ ਤੇ ਥੱਲਿਓਂ ਲਾਈਟ ਨਹੀਂ ਨਜ਼ਰ ਆਉਂਦੀ ਤੁਹਾਨੂੰ, ਉੱਪਰ ਜਦੋਂ ਤੁਸੀਂ ਦੇਖੋਗੇ ਕੁਦਰਤ ਨੇ, ਨੇਚਰ ਨੇ ਇੰਨੀ ਐਫੀਸ਼ੀਐਂਟਲੀ ਸਾਰੇ ਸੂਰਜ ਦੀਆਂ ਕਿਰਨਾਂ ਨੂੰ ਅਬਜ਼ੌਰਬ ਕਰਨ ਵਾਸਤੇ ਇਸ ਕੁਦਰਤ ਨੂੰ ਡਿਜ਼ਾਈਨ ਕੀਤਾ। ਕੁਦਰਤ ਕਵਨ ਕਹਾਂ ਵਿਚਾਰ, ਬਹੁਤ ਲੰਬਾ ਪਸਾਰਾ, ਪਰ ਕੁਦਰਤ ਨੇ ਇੰਨਾ ਵਧੀਆ ਢੰਗ ਨਾਲ ਇਹਨੂੰ ਡਿਜ਼ਾਈਨ ਕੀਤਾ ਕਿ ਜ਼ਮੀਨ ਦੇ ਥੱਲੇ ਵੀ ਖਾਣ ਵਾਸਤੇ ਤੁਹਾਡੇ ਕੋਲੇ ਕੰਦ ਮੂਲ ਹੁੰਦੇ ਨੇ। ਜ਼ਮੀਨ ਦੇ ਉੱਪਰ ਜਦੋਂ ਆ ਜਾਂਦੇ ਹੋ ਤਾਂ ਘਾਹ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਬਹੁਤ ਛੋਟੇ ਪੌਦੇ। ਉਸ ਤੋਂ ਬਾਅਦ ਸ਼ਰਬਸ ਜਿਹਨਾਂ ਨੂੰ ਕਹਿ ਦਿੰਦੇ ਹਾਂ ਝਾੜੀਨੁਮਾ ਪੌਦੇ। ਉਸ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਅੰਡਰ ਕੈਨਪੀ, ਛੋਟੇ ਪੌਦੇ ਜਿਹੜੇ 7-8 ਫੁੱਟ ਤੱਕ ਨੇ। ਫਿਰ ਉਸ ਤੋਂ ਵੱਡੀਆਂ ਕੈਨਪੀਆਂ ਜਿਹੜੀਆਂ 20-30-40 ਫੁੱਟ ਦੇ ਉੱਪਰ ਜਾਂਦੀਆਂ ਨੇ। ਉਸ ਤੋਂ ਉੱਪਰ ਐਮਰਜੈਂਟ ਟਰੀਜ਼ ਜਿਹੜੇ 150-200 ਫੁੱਟ ਉੱਪਰ ਤੱਕ ਜਾਂਦੇ ਨੇ। ਵੇਲਾਂ ਇਸ ਤਰ੍ਹਾਂ ਜਿਹੜੀਆਂ ਪੇੜਾਂ ਦੇ ਉੱਪਰ, ਥੱਲੇ ਡਾਰਕ ਹੁੰਦਾ। ਉੱਪਰੋਂ ਜੇ ਪਾਣੀ ਦਾ ਤੁਪਕਾ ਡਿੱਗਦਾ ਤੇ ਥੱਲੇ ਆਉਂਦਿਆਂ 15 ਮਿੰਟ ਲੈਂਦਾ। ਇਹ ਕੁਦਰਤ ਦੀ ਖੇਡ ਹੈ। ਤੋ ਜੇ ਅਸੀਂ ਅੱਜ ਇਹ ਕਹਿ ਦਿੰਦੇ ਹਾਂ ਕਿ ਵੀ ਦਰਖਤ ਦੇ ਥੱਲੇ ਮੇਰੇ ਬੂਟੇ ਨਹੀਂ ਹੁੰਦੇ ਤਾਂ ਹੋਰ ਨਹੀਂ ਹੁੰਦੇ, ਤਾਂ ਸੋਚ ਕਿੱਥੇ ਚਲੀ ਗਈ। ਅਸੀਂ ਉਹਦੇ ਬਾਰੇ ਹੁਣੇ ਗੱਲ ਕਰਾਂਗੇ ਡਿਟੇਲ ਦੇ ਵਿੱਚ। ਅਤੇ ਕੁਦਰਤ ਦਾ ਸਾਈਕਲ ਕੀ ਹੈ, ਜੋ ਉਪਜੇ ਸੋ ਬਿੰਸ ਹੈ ਪਰੋ ਆਜ ਕੇ ਕਾਲ। ਜਿਹੜੀ ਚੀਜ਼ ਅੱਜ ਉਪਜ ਗਈ ਉਹਨੇ ਖਤਮ ਹੋਣਾ। ਇਸੇ ਕੰਸੈਪਟ ਦੇ ਉੱਪਰ ਚੱਲਦਾ। ਧਰਤੀ ਦੇ ਵਿੱਚੋਂ ਜੋ ਵੀ ਤੱਤ ਕੁਦਰਤ, ਉਹਨਾਂ ਨੇ ਬੂਟਿਆਂ ਨੇ, ਪੌਦਿਆਂ ਨੇ ਲਿਆ, 70% ਉਹਦਾ ਜਿਹੜਾ ਨਿਊਟਰੀਐਂਟ ਹੈ ਉਹ ਫਰੂਟ ਦੇ ਅੰਦਰ ਜਾਂਦਾ ਹੈ। ਚਾਹੇ ਉਹ ਕਣਕ ਦਾ ਦਾਣਾ ਹੈ, ਚਾਹੇ ਉਹ ਅਮਰੂਦ ਹੈ, ਚਾਹੇ ਕੁਛ ਹੈ। ਬਚਦਾ ਜਿਹੜਾ ਉਹਦਾ 30% ਜਾਂ 40% ਜੋ ਵੀ ਬਚ ਗਿਆ ਉਹਦੇ ਨਾਲ ਆਪਣੇ ਪੱਤੇ ਅਤੇ ਆਪਣੀਆਂ ਸ਼ਾਖਾਵਾਂ, ਆਪਣੀਆਂ ਟਹਿਣੀਆਂ ਬਣਾਉਂਦਾ। ਹੁਣ ਪਲਾਂਟ ਦੇ ਅੰਦਰ ਵੀ ਇੰਟੈਲੀਜੈਂਸੀਆ ਆਪਣੀ, ਉਹਦੇ ਅੰਦਰ ਹਾਰਮੋਨ ਸਿਕਰੀਟ ਹੁੰਦੇ ਨੇ ਜਿਹੜੇ ਪਲਾਂਟ ਨੂੰ ਦੱਸਦੇ ਨੇ ਕਿ ਇੱਥੇ ਪੱਤਾ ਕੱਢਣਾ ਜਾਂ ਇੱਥੇ ਫਰੂਟ ਕੱਢਣਾ। ਪਾਣੀ ਦੀ ਬਾਤ ਘਾਟ ਦੇ ਹਿਸਾਬ ਨਾਲ ਆਪਣੀ ਜਿੰਦਾ ਰਹਿਣ ਵਾਸਤੇ ਕਈ ਵਾਰੀ ਬਾਹਰਲੇ ਫਰੂਟ ਝਾੜ ਦਿੰਦਾ ਪੌਦਾ। ਤਾਂ ਉਹਦਾ ਆਪਣਾ ਇੱਕ ਇੰਟੈਲੀਜੈਂਸ ਹੈ ਜਿਹਨੂੰ ਅਜੋਕੀ ਸਾਇੰਸ ਨੇ ਸਮਝਿਆ। ਸਾਡੇ ਜਿਹੜੇ ਪੁਰਾਤਨ ਸਾਇੰਸ ਸੀਗੀ ਉਹਨਾਂ ਨੇ ਵੀ ਸਮਝਿਆ ਇਹਨਾਂ ਨੂੰ। ਤੋ ਉਸ ਹਿਸਾਬ ਨਾਲ ਜੇ ਇਹਨਾਂ ਨੂੰ ਟ੍ਰੇਨ ਕੀਤਾ ਜਾਵੇ ਤਾਂ ਬਹੁਤ ਸਾਰੇ ਇਹਦੇ ਉੱਤੇ ਫਰੂਟ ਅਸੀਂ ਲੈ ਸਕਦੇ ਹਾਂ। ਜੇ ਤੁਹਾਨੂੰ ਸਮਝ ਆ ਗਈ ਕਿ ਜਿਵੇਂ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ ਉਸ ਤਰ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹਦੀ ਫਿਜ਼ੀਓਲੋਜੀ ਨੂੰ ਸਮਝ ਕੇ। ਤੋ ਹੁੰਦਾ ਕਿ ਜੰਗਲ ਦੇ ਵਿੱਚ ਕੀ ਹੁੰਦਾ, ਜੰਗਲ ਦੇ ਵਿੱਚ ਕੀ ਹੈ ਕਿ ਉਹ ਫਰੂਟ ਮੈਂ ਖਾਇਆ, ਜੋ ਮੈਂ ਗਿਰਾਇਆ ਉਹ ਜ਼ਮੀਨ ਦੇ ਵਿੱਚ ਵਾਪਸ ਚਲਾ ਗਿਆ। ਜਦੋਂ ਮੈਂ ਗਿਰਿਆ ਤਾਂ ਮੈਂ ਵੀ ਜ਼ਮੀਨ ਦੇ ਵਿੱਚ ਵਾਪਸ ਚਲਾ ਗਿਆ। ਅੱਜ ਕੀ ਹੋ ਰਿਹਾ ਹੈ, ਸਭ ਤੋਂ ਨਿਊਟ੍ਰੀਸ਼ੀਅਸ ਚੀਜ਼ ਜਿਹੜੀ ਹੈਗੀ ਹੈ, ਸਭ ਤੋਂ ਜ਼ਿਆਦਾ ਤੱਤ ਨੇ ਜਿਹਦੇ ਵਿੱਚ, ਉਹ ਅਸੀਂ ਬਾਹਰ ਲੈ ਕੇ ਆਉਂਦੇ ਹਾਂ ਖੇਤ ਦੇ ਅੰਦਰੋਂ, ਉਹਨੂੰ ਅਸੀਂ ਖਾਂਦੇ ਹਾਂ। ਖਾਣ ਤੋਂ ਬਾਅਦ ਜੋ ਅਸੀਂ ਗਿਰਾ ਰਹੇ ਹਾਂ ਉਹ ਫਲੱਸ਼ ਦੇ ਵਿੱਚੋਂ ਹੁੰਦਾ ਹੋਇਆ ਘੱਗਰ ਦਰਿਆ ਜਿਹੜਾ ਇੰਟਰਮੀਡੀਏਟ ਹੈ, ਮਤਲਬ ਮੌਨਸੂਨ ਵੇਲੇ ਹੀ ਚੱਲਦਾ। ਉਹ ਕਦੀ ਉੱਥੇ ਰਾਜਸਥਾਨ ਦੇ ਵਿੱਚ ਜਾਂ ਕਦੀ ਪਾਕਿਸਤਾਨ ਤੱਕ ਬਾਰਿਸ਼ ਦੇ ਹਿਸਾਬ ਨਾਲ ਪਹੁੰਚਦਾ, ਬਟ ਉਹ ਵਾਪਸ ਤੁਹਾਡਾ ਜ਼ਮੀਨ ਦੇ ਅੰਦਰ ਨਿਊਟਰੀਐਂਟ ਨਹੀਂ ਆ ਰਿਹਾ। ਜਿਹੜੇ ਬਚੇ ਹੋਏ ਛਿਲਕੇ ਨੇ ਜਿਹਦੇ ਵਿੱਚ ਬਾਕੀ ਨਿਊਟਰੀਐਂਟ ਹੈ ਉਹ ਕਿੱਥੇ ਜਾ ਰਿਹਾ? ਉਹ ਅਸੀਂ ਇਹਦੇ ਕੂੜਿਆਂ ਦੇ ਢੇਰ ਲਾਏ ਹੋਏ ਨੇ। ਢੇਰ ਦੇ ਅੰਦਰ ਨਾ ਹਵਾ ਲੱਗੇ ਨਾ ਆਕਸੀਜਨ ਲੱਗੇ, ਤਾਂ ਇਸ ਤਰ੍ਹਾਂ ਸੜਦਾ ਉਹ ਕਿ ਲੀਚੇਟਸ ਬਣਦੇ ਨੇ। ਗੰਦਾ ਜਿਹੜੀ ਚੀਜ਼ ਅੰਮ੍ਰਿਤ ਬਣਨੀ ਸੀ ਉਹ ਜ਼ਹਿਰ ਬਣ ਰਹੀ ਹੈ। ਮੁੱਕਦੀ ਗੱਲ ਇਹ ਕਿ ਸੋਇਲ ਦੇ ਵਿੱਚੋਂ ਜਿਹੜੀ ਚੀਜ਼ ਅਸੀਂ ਬਾਹਰ ਕੱਢ ਰਹੇ ਹਾਂ ਉਹ ਉਹਦੇ 'ਚ ਵਾਪਸ ਤੱਤ ਨਹੀਂ ਜਾ ਰਹੇ, ਪਹਿਲੀ ਗੱਲ। ਤਾਂ ਇਹ ਕੁਦਰਤੀ ਨਹੀਂ ਹੈਗਾ, ਤਾਂ ਇਹਨੂੰ ਕੁਦਰਤੀ ਨਾ ਕਹੀਏ। ਅਤੇ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਕਿ ਹੁਣ ਜਦੋਂ ਇੱਕੋ ਹੀ ਜਗ੍ਹਾ ਦੇ ਉੱਤੇ ਤੁਸੀਂ ਇੱਕੋ ਹੀ ਤਰ੍ਹਾਂ ਦੇ ਇੰਨੇ ਸਾਰੇ ਬੂਟੇ ਲਗਾਤੇ ਜਾਂ ਵੱਖ-ਵੱਖ ਤਰ੍ਹਾਂ ਦੇ ਵੀ ਲਾਏ ਹੋਣ, ਤਾਂ ਉਹਨਾਂ ਦੀ ਡਿਮਾਂਡ ਥੱਲਿਓਂ ਕਿੰਨੀ ਜ਼ਿਆਦਾ ਹੋਏਗੀ, ਕਿੰਨੀ ਜ਼ਿਆਦਾ ਹੋਏਗੀ। ਤੋ
ਡਿਮਾਂਡ ਜਿਹੜੀ ਬੂਟਿਆਂ ਦੀ ਹੈਗੀ ਆ ਉਹ ਇੰਨੀ ਜ਼ਿਆਦਾ ਇੱਕ ਛੋਟੀ ਜੀ ਧਰਤੀ ਤੋਂ ਹੋ ਗਈ ਕਿ ਉਹਦੇ ਅੰਦਰ ਉਹਨੇ ਤੱਤ ਹੀ ਨਹੀਂ ਹੈਗੇ। ਘਬਰਾਹਟ ਦੇ ਵਿੱਚ ਇਨਸਾਨ ਹੈ, ਘਬਰਾਹਟ ਦੇ ਵਿੱਚ ਕੁਦਰਤ ਨਹੀਂ ਹੈ। ਕੁਦਰਤ ਨੇ ਇੱਕ ਸੰਯਮ ਦੇ ਵਿੱਚ ਚੱਲਣਾ, ਇੱਕ ਕੁਦਰਤ ਦੀ ਟਾਈਮ ਲਾਈਨ ਹੈ। ਤੋ ਉਸ ਘਬਰਾਹਟ ਦੇ ਤਹਿਤ ਜ਼ਮੀਨ ਦੇ ਵਿੱਚ ਉਹਨੇ ਤੱਤ ਹੀ ਨਹੀਂ ਹੈ। 10,000 ਸਾਲ ਪਹਿਲਾਂ ਜਦੋਂ ਖੇਤੀ ਹੁੰਦੀ ਸੀ ਉਦੋਂ ਕੀ ਕਰਦੇ ਸੀ? ਬਹੁਤ ਜ਼ਿਆਦਾ ਲੋਕ ਨਹੀਂ ਸੀ ਹੁੰਦੇ, ਇੱਕ ਜਗ੍ਹਾ ਖੇਤੀ ਕਰਦੇ ਸੀ। ਜਦੋਂ ਜ਼ਮੀਨ ਦੇ ਤੱਤ ਘਟਦੇ ਸੀ, ਝਾੜ ਘਟਦਾ ਸੀ, ਉਸ ਜਗ੍ਹਾ ਨੂੰ ਛੱਡ ਦਿੰਦੇ ਸੀ, ਕਿਤੇ ਹੋਰ ਚਲੇ ਜਾਂਦੇ ਸੀ ਉਹ। ਤੋ ਉਹ ਜ਼ਮੀਨ ਵਾਪਸ ਆਪਣੇ ਆਪ ਨੂੰ ਰਿਪੇਅਰ ਕਰ ਲੈਂਦੀ ਸੀ। ਅੱਜ ਦੀ ਡੇਟ ਦੇ ਵਿੱਚ ਜ਼ਮੀਨ ਦਾ ਰਿਪੇਅਰ ਹੋਣਾ ਨਾਮੁਮਕਿਨ ਹੋ ਗਿਆ। ਉਹਦਾ ਕਾਰਨ ਇਹ ਹੈ ਕਿ ਅਸੀਂ ਖੇਤ ਨਹੀਂ ਸ਼ਮਸ਼ਾਨ ਘਾਟ ਬਣਾਤੇ। ਤੁਸੀਂ ਇੱਕ ਪਾਸਿਓਂ ਖੜੇ ਹੋ ਕੇ ਏਕੜਾਂ ਦੇ ਏਕੜ ਪਾਰ ਨਜ਼ਰ ਮਾਰ ਸਕਦੇ ਹੋ, ਜਿਹਦੇ ਵਿੱਚ ਇੱਕ ਤਰ੍ਹਾਂ ਦਾ ਹੀ ਬੂਟਾ ਲੱਗਿਆ ਹੋਇਆ। ਤੋ ਜਦੋਂ ਇੱਕ ਤਰ੍ਹਾਂ ਦਾ ਬੂਟਾ ਲੱਗਿਆ, ਉਸ ਜ਼ਮੀਨ ਦੇ ਵਿੱਚੋਂ ਜੇ ਜੀਵਾਣੂ ਖਿੱਚੇਗਾ ਵੀ ਤਾਂ ਇੱਕੋ ਹੀ ਤਰ੍ਹਾਂ ਦਾ ਕੱਢੇਗਾ। ਇਹ ਵੀ ਕੁਦਰਤ ਦੀ ਇੱਕ ਕਮਾਲ ਹੈ ਕਿ ਹਰ ਬੂਟਾ ਆਪਣੀ ਜੜ ਨੂੰ ਅਲੱਗ ਤਰ੍ਹਾਂ ਦੇ ਜੀਵਾਣੂ ਨੂੰ ਅਟਰੈਕਟ ਕਰਦਾ। ਤੋ ਵਿਭਿੰਨਤਾ ਖਤਮ ਹੋ ਗਈ। ਤੇ ਇਸ ਕਰਕੇ ਅੱਜ ਹੁਣ ਜੇ ਤੁਸੀਂ ਕਹੋ ਕਿ ਵੀ ਮੈਂ ਆਪਣੀ ਮਿੱਟੀ ਜਿਹੜੀ ਹੈ, ਮਿੱਟੀ ਰਹਿ ਗਈ, ਮਿੱਟੀ ਮਰ ਚੁੱਕੀ ਹੈ, ਡੈੱਡ ਹੋ ਚੁੱਕੀ ਹੈ, ਉਹ ਧੂੜ ਬਣ ਗਈ ਹੈ। ਇਟ ਇਜ਼ ਨਾਟ ਸੋਇਲ, ਇਟ ਇਜ਼ ਡਰਟ। ਤਾਂ ਹੁਣ ਜੇ ਤੁਸੀਂ ਕਹੋਗੇ ਵੀ ਮਿੱਟੀ ਨੂੰ ਜਿੰਦਾ ਕਹੀ ਜਾਣਾ, ਤਾਂ ਜੇ ਮਿੱਟੀ ਜਿੰਦਾ ਤਾਂ ਇਹ ਸਾਹ ਵੀ ਲੈਣੀ ਚਾਹੀਦੀ ਹੈ, ਇਹਦੇ ਅੰਦਰ ਪਾਚਨ ਕਿਰਿਆ ਵੀ ਹੋਣੀ ਚਾਹੀਦੀ ਹੈ, ਇਹਦਾ ਬਲੱਡ ਸਰਕੂਲੇਟਰੀ ਸਿਸਟਮ ਵੀ ਹੋਣਾ ਚਾਹੀਦਾ, ਇਹਦਾ ਦਿਮਾਗ ਵੀ ਹੋਣਾ ਚਾਹੀਦਾ। ਬਿਲਕੁਲ ਸਹੀ ਤੁਹਾਡੇ ਸਵਾਲ ਨੇ ਔਰ ਹਰੇਕ ਸਵਾਲ ਦਾ ਜਵਾਬ ਹੈ। ਜੇ ਆਪਾਂ ਇਹਨੂੰ ਸਿੰਪਲੀ ਸਮਝੀਏ, ਆਰਗੈਨਿਕ ਕੀ ਹੁੰਦਾ? ਜੋ ਕਦੀ ਜਿਉਂਦਾ ਸੀ ਤੇ ਹੁਣ ਮਰ ਗਿਆ। ਜੇ ਸਿੰਪਲ ਸਰਲ ਅੱਖਰਾਂ 'ਚ ਸਮਝਣਾ, ਤੋ ਜੇ ਮਿੱਟੀ ਦੇ ਅੰਦਰ ਕੋਈ ਚੀਜ਼ ਇਸ ਤਰ੍ਹਾਂ ਦੀ ਜਿਹੜੀ ਕਦੀ ਜਿੰਦਾ ਸੀ ਔਰ ਹੁਣ ਮਰ ਗਈ ਹੈ, ਚਾਹੇ ਉਹ ਪੌਦਾ, ਚਾਹੇ ਉਹ ਇਨਸਾਨ ਹੈ, ਚਾਹੇ ਕੁਝ ਵੀ ਹੈ, ਉਹਨੂੰ ਤੁਸੀਂ ਪਾਓ ਤਾਂ ਕੁਦਰਤ ਆਪਣੇ ਆਪ ਉਹਨੂੰ ਹਜ਼ਮ ਕਰ ਜਾਂਦੀ ਹੈ। ਡਾਈਜੈਸਟਿਵ ਸਿਸਟਮ ਹੈ ਕੁਦਰਤ ਦੇ ਅੰਦਰ। ਅਨੰਤ ਕੋਟੀ ਤਰ੍ਹਾਂ ਦੇ ਮਾਈਕਰੋ ਆਰਗੇਨਿਜ਼ਮਸ ਨੇ, ਜਿਹਨੂੰ 84 ਲੱਖ ਜਿਉਣਾ ਵੀ ਸਰਲ ਭਾਸ਼ਾ 'ਚ ਅਸੀਂ ਕਹਿੰਦੇ ਹਾਂ। ਇਹ ਨਿਗਾਹ ਨਾਲ ਨਜ਼ਰ ਨਹੀਂ ਆਉਂਦੇ, ਬਟ ਇਹ ਕੀ ਕਰਦੇ ਨੇ? ਇੱਕੋ ਹੀ ਮਾਈਕਰੋਬ ਨਹੀਂ ਉਹਨੂੰ ਤੋੜ ਦਿੰਦਾ। ਇੱਕ ਦਾ ਮਲ ਮੂਤਰ ਦੂਸਰਾ ਖਾਂਦਾ, ਦੂਸਰੇ ਦਾ ਤੀਸਰਾ, ਤੀਸਰੇ ਦਾ ਚੌਥਾ, ਕਰਦੇ ਕਰਦੇ ਉਹਨੂੰ ਸੂਖਸ਼ਮ ਅਵਸਥਾ, ਜਿਹਨੂੰ ਆਇਓਨਿਕ ਸਟੇਜ ਅਸੀਂ ਕਹਿੰਦੇ ਹਾਂ, ਉੱਥੋਂ ਤੱਕ ਤੋੜਦੇ ਨੇ। ਇਹ ਜਿਹੜੀ ਪੋਲੀਮਰ ਸੀਗਾ, ਜਿਹੜਾ ਇੱਕ ਬਿੰਦ ਤੋਂ ਸਿਰਜੀ ਹੋਈ ਚੀਜ਼ ਸੀ, ਉਹ ਦੁਬਾਰਾ ਟੁੱਟਦੀ ਹੈ। ਜੋ ਉਪਜੇ ਸੋ ਬਿੰਸ ਹੈ, ਉਹ ਜਦੋਂ ਆਇਓਨਿਕ ਸਟੇਜ ਦੇ ਵਿੱਚ ਆਏਗਾ, ਬੂਟਾ ਸਿਰਫ ਆਇਓਨਿਕ ਸਟੇਜ ਦੇ ਵਿੱਚ ਹੀ ਨਿਊਟਰੀਐਂਟ ਨੂੰ ਲੈ ਸਕਦਾ। ਤਾਂ ਗੋਬਰ ਜਿਹੜਾ ਰੇ ਹੈ, ਜਿਹੜਾ ਤੁਹਾਡੀ ਰੂੜੀ ਔਰ ਰੇ ਨਹੀਂ ਹੈ, ਉਹ ਟੁੱਟੀ ਨਹੀਂ ਹੋਈ ਅਜੇ, ਉਹ ਟੁੱਟੇਗੀ, ਪਚੇਗੀ। ਮਾਈਕਰੋਬਸ ਉਹਨੂੰ ਪਛਾਣਗੇ, ਹੌਲੀ ਹੌਲੀ ਉਹਨੂੰ ਪਛਾਣਗੇ। ਔਰ ਮਾਈਕਰੋਬਸ ਵੀ ਜਿਵੇਂ ਮੈਂ ਦੱਸਿਆ ਬਹੁਤ ਤਰ੍ਹਾਂ ਦੇ ਨੇ। ਚੰਗਾ ਮਾੜਾ ਕੁਦਰਤ 'ਤੇ ਕੁਝ ਨਹੀਂ, ਪਰ ਆਪਣੇ ਆਪ ਨੂੰ ਚੰਗਾ ਕਹਿਣ ਵਾਸਤੇ ਅਸੀਂ ਬਾਕੀਆਂ ਨੂੰ ਮਾੜਾ ਕਹਿੰਦੇ ਹਾਂ। ਸਿੰਪਲ ਜੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਸਮਝਾਵਾਂ ਸਿਰਫ 1 ਮਿੰਟ ਦੇ ਵਿੱਚ, ਤੁਸੀਂ ਗਾਜਰ ਦਾ ਜੂਸ ਲੈ ਲਓ। ਗਾਜਰ ਦੇ ਜੂਸ ਦੇ ਵਿੱਚ ਖਾਣਾ ਵੀ ਹੈਗਾ, ਗਾਜਰ ਦੇ ਜੂਸ ਦੇ ਵਿੱਚ ਪਾਣੀ ਵੀ ਹੈਗਾ, ਅਤੇ ਗਾਜਰ ਦੇ ਜੂਸ ਦੇ ਪਾਣੀ ਵਿੱਚ ਰਲੀ ਹੋਈ ਹਵਾ ਵੀ ਹੈਗੀ ਹੈ। ਐਟਮੋਸਫੀਅਰ ਦੇ ਵਿੱਚ 21% ਹਵਾ, ਪਾਣੀ ਦੇ ਵਿੱਚ ਵੀ ਹਵਾ ਹੁੰਦੀ ਹੈ। ਜਦੋਂ ਗਿਰਦਾ ਹੈ ਉਸ ਤਰ੍ਹਾਂ, ਉਸੇ ਹਵਾ ਦੇ ਉੱਤੇ ਸਾਰੇ ਜਾਨਵਰ, ਜਨੌਰ ਅਤੇ ਮਾਈਕਰੋਬਸ ਜ਼ਿੰਦਾ ਰਹਿੰਦੇ ਨੇ। ਇਕੱਲੇ ਹਵਾ ਵਾਲੇ ਮਾਈਕਰੋਬਸ ਨਹੀਂ, ਬਿਨਾਂ ਹਵਾ ਤੋਂ ਵੀ ਰਹਿਣ ਵਾਲੇ ਮਾਈਕਰੋਬਸ ਨੇ, ਕਿਉਂਕਿ ਪਸਾਰਾ ਬਹੁਤ ਲੰਬਾ। ਅਤੇ ਤੁਸੀਂ ਉਹ ਗਾਜਰ ਦੇ ਜੂਸ ਨੂੰ ਛੱਡ ਦਿਓ, 5-7 ਦਿਨਾਂ ਦੇ ਵਿੱਚ ਜਿਹੜੀ ਉਹਦੀ ਅੰਦਰਲੀ ਆਕਸੀਜਨ ਹੈ ਉਹ ਖਤਮ ਹੋ ਜਾਏਗੀ, ਅਤੇ ਅੰਦਰਲੇ ਚੰਗੇ ਜੀਵਾਣੂ ਵੀ ਖਤਮ ਹੋ ਜਾਣਗੇ। ਉਸ ਤੋਂ ਬਾਅਦ ਉਹ ਬਦਬੂ ਮਾਰਨ ਲੱਗ ਜਾਏਗਾ। ਅਤੇ ਜੇ ਤੁਸੀਂ ਉਹ ਜੂਸ ਪੀਂਦੇ ਹੋ ਤਾਂ ਤੁਹਾਡੇ ਅੰਦਰ ਜਦੋਂ ਜੂਸ ਜਾਏਗਾ, ਤੁਹਾਡੀ ਗੱਠ ਜਿਹੜੀ ਹੈਗੀ ਹੈ, ਜਿਹਦੇ ਵਿੱਚ ਤੁਹਾਡੀ ਮਾਂ ਨੇ ਤੁਹਾਨੂੰ ਚੰਗੇ ਜੀਵਾਣੂ ਦਿੱਤੇ ਸੀ ਖਾਣਾ ਤੋੜਨ ਵਾਸਤੇ ਅਤੇ ਲੜਾਈਆਂ ਵਾਸਤੇ ਲੜਨ ਵਾਸਤੇ, ਉਹਨਾਂ 'ਤੇ ਮਾੜਿਆਂ ਨੇ ਹਾਵੀ ਹੋ ਜਾਣਾ ਅਤੇ ਤੁਸੀਂ ਬਿਮਾਰ ਹੋ ਜਾਣਾ। ਜਦੋਂ ਤੁਸੀਂ ਬਿਮਾਰ ਹੋਏ ਅਤੇ ਡਾਕਟਰ ਕੋਲ ਜਾਓਗੇ, ਉਹਨੇ ਕਹਿਣਾ ਵੜੈਚ ਸਾਹਿਬ ਐਂਟੀਬਾਇਓਟਿਕ ਲੈ ਲਓ, ਤੁਹਾਨੂੰ ਇਨਫੈਕਸ਼ਨ ਹੋ ਗਿਆ। ਨਾਂ ਦੇਖੋ ਕਿੰਨਾ ਖੂਬਸੂਰਤ ਹੈ, ਐਂਟੀਬਾਇਓਟਿਕ। ਬਾਇਓਟਿਕ ਮਤਲਬ ਜ਼ਿੰਦਾ, ਐਂਟੀ ਮਤਲਬ ਖਿਲਾਫ। ਤਾਂ ਜਦੋਂ ਅੰਦਰ ਜਾਏਗਾ, ਉਹਨੇ ਚੰਗੇ ਮਾੜੇ ਦਾ ਭੇਦ ਨਹੀਂ ਕਰਨਾ, ਦੋਨੋਂ ਮਾਰੇਗਾ। ਜਦੋਂ ਦੋਨੋਂ ਮਾਰੇਗਾ, ਜੇ ਤੁਸੀਂ ਠੀਕ ਨਹੀਂ ਹੋਏ ਤਾਂ ਉਹ ਕਹੇਗਾ ਐਂਟੀਬਾਇਓਟਿਕ ਹੋਰ ਤੁਹਾਨੂੰ ਸਟਰੋਂਗ ਲੈਣਾ ਪੈਣਾ। ਅਤੇ ਜੇ ਤੁਸੀਂ ਹੋਰ ਸਟਰੋਂਗ ਐਂਟੀਬਾਇਓਟਿਕ ਲੈਂਦੇ ਤਾਂ ਕੀ ਹੋਊਗਾ? ਇਹ ਹੋ ਸਕਦਾ ਕਿ ਖਾਸ ਤਰ੍ਹਾਂ ਦੇ ਜੀਵਾਣੂ ਤੁਹਾਡੇ ਅੰਦਰੋਂ ਖਤਮ ਹੋ ਜਾਣ ਔਰ ਤੁਹਾਡੀ ਖੁਜਲੀ ਨਾ ਜਾਵੇ। ਤਾਂ ਉਹਨੂੰ ਕਹਿੰਦੇ ਕਰੋਨਿਕ ਡਿਜ਼ੀਜ਼, ਵੀ ਕੋਈ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਅੰਦਰੋਂ ਇਲਾਜ ਹੀ ਨਹੀਂ ਹੋ ਪਾ ਰਿਹਾ, ਕਿਉਂਕਿ ਉਹ ਇੱਕ ਖਾਸ ਤਰ੍ਹਾਂ ਦੇ ਜੀਵਾਣੂ ਖਤਮ ਕਰਤੇ। ਹੁਣ ਉਸੇ ਗਾਜਰ ਦੇ ਜੂਸ ਨੂੰ ਜੇ ਤੁਸੀਂ ਹਿਲਾਓ, ਜਦੋਂ ਤੁਸੀਂ ਉਹਨੂੰ ਹਿਲਾ ਰਹੇ ਹੋ ਤਾਂ ਉਹਦੇ 'ਚ ਹਵਾ ਇੰਟਰੋਡਿਊਸ ਹੋ ਰਹੀ ਹੈ, ਅਤੇ ਉਹ 5-7 ਦਿਨਾਂ 'ਚ ਕਾਂਜੀ ਬਣ ਜਾਏਗੀ। ਉਹਨੂੰ ਪ੍ਰੋਬਾਇਓਟਿਕ ਕਹਿੰਦੇ। ਪ੍ਰੋ ਮਤਲਬ ਵੱਲ ਅਤੇ ਬਾਇਓਟਿਕ ਮਤਲਬ ਲਾਈਫ। ਜਦੋਂ ਤੁਸੀਂ ਉਹ ਪੀਓਗੇ ਤਾਂ ਤੁਹਾਡੇ ਅੰਦਰ ਦੀ ਇਮਿਊਨਿਟੀ ਵੀ ਵਧੇਗੀ, ਚੰਗੇ ਉਹ ਵੀ ਵਧਣਗੇ। ਇਸੇ ਤਰ੍ਹਾਂ ਜਦੋਂ ਅਸੀਂ ਢੇਰ 'ਤੇ ਕੁਝ ਗੰਦ ਸੁੱਟਦੇ ਹਾਂ, ਉਹ ਜ਼ਹਿਰ ਬਣਦਾ, ਬਟ ਜੇ ਉਹਨੂੰ ਹਿਲਾ ਕੇ ਹਵਾ ਲਵਾਤੀ ਜਾਵੇ ਤਾਂ ਉਹ ਬਹੁਤ ਵਧੀਆ ਇੱਕ ਖਾਦ ਦੇ ਵਿੱਚ ਕਨਵਰਟ ਹੋ ਸਕਦਾ। ਤੋਂ ਵਾਪਸ ਹੁਣ ਜੇ ਅਸੀਂ ਧਰਤੀ ਦੇ ਉੱਪਰ ਆਉਂਦੇ ਹਾਂ, ਇਹ ਧਰਤੀ ਦੇ ਵਿੱਚੋਂ ਸਾਰਾ ਖਾਣਾ ਅਸੀਂ ਡਿਪਲੀਟ ਕਰ ਲਿਆ, ਨਿਊਟ੍ਰੀਸ਼ਨ ਬਾਹਰ ਹਟਾਤਾ। ਤਾਂ ਹੁਣ ਬੂਟੇ ਵਰਗੀ ਕੋਈ ਚੀਜ਼ ਤਾਂ ਅਸੀਂ ਬਣਾਉਣੀ ਹੈ ਨਾ ਜੀ।
ਰਾਜਪਾਲ ਸਾਹਿਬ ਦੇ ਇਸ ਲੰਮੇ ਜਿਹੜੀ ਉਹਨਾਂ ਨੇ ਤੁਹਾਡੇ ਨਾਲ ਲੰਮੀ ਇੱਕ ਗੱਲ ਕੀਤੀ ਹੈ, ਮੈਂ ਇਸ ਕਰਕੇ ਵਿੱਚ ਸਵਾਲ ਕੋਈ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਇੰਨਾ ਕੁਝ ਦੱਸ ਦਿੱਤਾ ਹੈ ਕਿ ਸਵਾਲ ਕਰਨ ਦਾ ਮੇਰੇ ਕੋਲੇ ਕੋਈ ਵੀ ਕਾਰਨ ਨਹੀਂ ਬਣਿਆ। ਔਰ ਗੱਲ ਮੁੱਕਦੀ ਇਹ ਹੈ, ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਕਿ ਅਸੀਂ ਕੁਦਰਤ ਦੇ ਵਿੱਚੋਂ ਲਈ ਗਏ ਆ, ਸਭ ਕੁਝ ਲਈ ਗਏ ਆ, ਇਹਨੂੰ ਅਸੀਂ ਦਿੱਤਾ ਵਾਪਸ ਕੁਝ ਨਹੀਂ। ਜਿਵੇਂ ਇਹਨਾਂ ਨੇ ਸਮਝਾ ਦਿੱਤਾ ਕਿ ਅਸੀਂ ਕਿਵੇਂ ਸ਼ਹਿਰੀਕਰਨ ਦੇ ਵਿੱਚ ਪੈ ਕੇ ਵੱਧ ਉਤਪਾਦਨ ਲੈਣ ਦੇ ਚੱਕਰ ਵਿੱਚ ਇਸ ਜ਼ਮੀਨ ਨੂੰ ਕਿਵੇਂ ਬਿਮਾਰ ਕਰ ਦਿੱਤਾ। ਸੋ ਹੁਣ ਉਹ ਇੱਕ ਸਮਾਂ ਆ ਗਿਆ ਕਿ ਜਦੋਂ ਅਸੀਂ ਇਸ ਜ਼ਮੀਨ ਦੇ ਨਾਲ ਦੋਸਤੀ ਪਾਉਣੀ ਹੈ, ਇਹਨੂੰ ਸਿਹਤਮੰਦ ਬਣਾਉਣਾ ਹੈ, ਇਹਦੇ ਵਿੱਚ ਜਾਨ ਪਾਉਣੀ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਦੇ ਲਈ ਇਸ ਜ਼ਮੀਨ ਨੂੰ ਜ਼ਿੰਦਾ ਕਰਕੇ ਛੱਡੀਏ ਤਾਂ ਕਿ ਉਹਨਾਂ ਵਾਸਤੇ ਵੀ ਇੱਥੋਂ ਖੁਰਾਕ ਪੈਦਾ ਹੋਵੇ, ਫਲ ਪੈਦਾ ਹੋਵੇ, ਬਨਸਪਤੀ ਚੱਲੇ, ਦੁਨੀਆ ਚੱਲੇ। ਸੋ ਰਾਜਪਾਲ ਸਾਹਿਬ, ਅਸੀਂ ਜਾਣਨਾ ਚਾਹਾਂਗੇ ਕਿ ਹੁਣ ਅੱਜ ਜੋ ਸਥਿਤੀ ਹੈ ਇਹਦੇ ਵਿੱਚ ਕਿਸਾਨ ਇੱਕ ਹੈ, ਕਿਉਂਕਿ ਸਭ ਤੋਂ ਵੱਡਾ ਨੁਕਸਾਨ ਤਾਂ ਕਿਸਾਨ ਨੂੰ ਹੋ ਰਿਹਾ। ਕੰਪਨੀਆਂ ਕਮਾ ਰਹੀਆਂ ਨੇ, ਮਸ਼ੀਨਰੀ ਵਾਲੇ ਕਮਾ ਰਹੇ ਨੇ, ਯੂਨੀਵਰਸਿਟੀਆਂ ਵਾਲੇ ਤਨਖਾਹਾਂ ਲੈ ਰਹੇ ਨੇ, ਮਾਹਿਰ ਲੈ ਰਹੇ ਨੇ, ਪਰ ਸਭ ਤੋਂ ਵੱਡਾ ਕਿਸਾਨ ਦਾ ਨੁਕਸਾਨ ਹੈ। ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਕਿਵੇਂ ਰੂਹ ਫੂਕ ਸਕਦਾ ਹੈ? ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ, ਉਦੋਂ ਇੱਕ ਛੋਟੀ ਜਿਹੀ ਗੱਲ ਉਹਦੇ 'ਚ ਰਹਿ ਗਈ ਕਿ ਜ਼ਮੀਨ ਦੇ ਅੰਦਰ ਜਦੋਂ ਅਸੀਂ ਕੁਝ ਪਾਉਂਦੇ ਹਾਂ ਤਾਂ ਉਹਨੂੰ ਪਚਾ ਲੈਂਦੀ ਹੈ, ਉਹਦਾ ਡਾਈਜੈਸ਼ਨ ਹੈ। ਉਸੇ ਤਰ੍ਹਾਂ ਜੇ ਉਸ ਜ਼ਮੀਨ ਦੇ ਅੰਦਰ ਤੁਸੀਂ ਕੋਈ ਸੀਡ, ਕੋਈ ਬੀਜ ਲਗਾਓ ਤਾਂ ਉਹਦਾ ਬੂਟਾ ਬਣਾਉਂਦੀ, ਉਹਨੂੰ ਪਚਾਉਂਦੀ ਨਹੀਂ ਹੈ। ਤਾਂ ਇਹ ਜ਼ਮੀਨ ਦਾ ਦਿਮਾਗ ਦੀ ਸਬੂਤ ਹੈ ਕਿ ਇੰਟੈਲੀਜੈਂਟ ਵੀ ਹੈ ਜ਼ਮੀਨ। ਇਸੇ ਤਰ੍ਹਾਂ ਜਿਵੇਂ ਤੁਸੀਂ ਬਹੁਤ ਸਾਰੇ ਸਾਲਟਸ, ਨਮਕ ਜੇ ਤੁਸੀਂ ਖਾ ਲੈਂਦੇ ਆ ਤਾਂ ਸਾਡੀਆਂ ਕਿਡਨੀ ਉਹਨੂੰ ਫਿਲਟਰ ਕਰਕੇ ਯੂਰਿਨ ਦੇ ਵਿੱਚ ਬਾਹਰ ਕੱਢ ਦਿੰਦੇ ਪਿਸ਼ਾਬ ਰਾਹੀਂ, ਜਾਂ ਤੁਹਾਡੇ ਪਸੀਨਾ ਬਣ ਕੇ ਬਾਹਰ ਆ ਜਾਂਦਾ। ਇਸੇ ਤਰ੍ਹਾਂ ਜ਼ਮੀਨ ਦੀ ਵੀ ਇੱਕ ਪ੍ਰਕਿਰਿਆ ਹੈ ਕਿ ਜਿਹੜੇ ਨਮਕ ਅਸੀਂ ਉਹਦੇ ਵਿੱਚ ਪਾਉਂਦੇ ਜਾ ਰਹੇ ਹਾਂ ਲਗਾਤਾਰ, ਹਰ ਖਾਦ ਇੱਕ ਨਮਕ ਹੀ ਤਾਂ ਹੈ, ਉਹ ਜਿਹੜੇ ਅਸੀਂ ਪਾ ਰਹੇ ਹਾਂ ਜ਼ਮੀਨ ਨੇ ਕੁਝ ਟਾਈਮ ਤੋਂ ਬਾਅਦ ਉਹ ਸਾਰੇ ਨਮਕ ਜਿਹੜੇ ਨੇ ਉਹ ਬਾਹਰ ਸੁੱਟਣੇ ਨੇ। ਔਰ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁਣ ਨਜ਼ਰ ਆ ਰਿਹਾ। ਅਬੋਹਰ ਵਾਲੀ ਸਾਈਡ ਦੇ ਵਿੱਚ ਇਹ ਸਾਰੇ ਸਾਲਟ ਉੱਪਰ ਆ ਗਏ, ਸਲਾਈਨ ਸੋਇਲਸ ਕਹਿ ਦਿੰਦੇ, ਨਮਕ ਵਾਲੀ ਸੋਇਲ, ਔਰ ਬਾਗਾਂ ਦੇ ਬਾਗ ਬਰਬਾਦ ਹੋ ਰਹੇ ਨੇ ਉਹ। ਤੋ ਜਿੰਨੀ ਦੇਰ ਅਸੀਂ ਇਹ ਸਾਲਟ ਪਾ ਰਹੇ ਹਾਂ ਔਰ ਇਹਦੇ 'ਚੋਂ ਕੱਢ, ਤੇ ਜਿਵੇਂ ਤੁਸੀਂ ਬੜੈਚ ਸਾਹਿਬ ਕਿਹਾ ਕਿ ਸਾਰਾ ਕੁਝ ਲਿਆ, ਦਿੱਤਾ ਇਹਨੂੰ ਹੈ ਨਹੀਂ, ਦਿੱਤਾ ਇਹਨੂੰ ਆਰਟੀਫਿਸ਼ੀਅਲ ਚੀਜ਼ਾਂ ਅਸੀਂ ਦਿੱਤੀਆਂ ਲਗਾਤਾਰ। ਤੋ ਇਹ ਜਿਹੜੀ ਡੈਮੇਜ ਹੈ, ਜਿਹੜਾ ਨੁਕਸਾਨ ਹੈ, ਇੱਕ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ਜੇ ਅੱਜ ਮੈਂ ਇਹ ਕਹਾਂ ਕਿ ਜੀ ਇਹ 2 ਮਿੰਟ ਦੇ ਵਿੱਚ ਹੋ ਜਾਏਗਾ, ਇਹਦੇ 'ਚੋਂ 6 ਲੱਖ ਰੁਪਏ ਏਕੜ ਨਿਕਲੇਗਾ, 12 ਲੱਖ ਰੁਪਏ ਏਕੜ ਨਿਕਲੇਗਾ, ਤੇ ਬਿਲਕੁਲ ਝੂਠ ਹੋਏਗਾ। ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਉਹ ਉਲਟਾ ਕਿਸਾਨ ਦਾ ਹੋਰ ਨੁਕਸਾਨ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਸਾਨੂੰ ਲੰਬੀ ਸੋਚਣੀ ਚਾਹੀਦੀ ਹੈ। ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਜ਼ ਐਂਡ ਅ ਪਾਊਂਡ ਫੁਲਿਸ਼, ਕਿ 10 ਪੈਸੇ ਤੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ 100 ਰੁਪਏ ਦਾ ਸਾਡਾ ਨੁਕਸਾਨ ਹੋ ਰਿਹਾ ਹੈ। ਜ਼ਮੀਨ ਦੇ ਵਿੱਚੋਂ ਤੱਤ ਤੁਸੀਂ ਸਾਰੇ ਕੱਢ ਲਏ, ਆਰਟੀਫਿਸ਼ੀਅਲ ਨਮਕ ਉਹਦੇ ਵਿੱਚ ਪਾਤੇ। ਜਦੋਂ ਪਾਣੀ ਅੰਦਰ ਅਸੀਂ ਫਲੱਡ ਇਰੀਗੇਸ਼ਨ ਕਰਦੇ ਹਾਂ, ਬਹੁਤ ਸਾਰਾ ਪਾਣੀ ਦਿੰਦੇ ਹਾਂ, ਤਾਂ ਪਾਣੀ ਜ਼ਮੀਨ 'ਚ ਜਾਂਦਾ ਤਾਂ ਹਵਾ ਬਾਹਰ ਨਿਕਲਦੀ ਹੈ ਜ਼ਮੀਨ ਦੇ ਅੰਦਰੋਂ। ਤਾਂ ਜਦੋਂ ਹਵਾ ਬਾਹਰ ਨਿਕਲ ਗਈ, ਖੂਬ ਸਾਰੇ ਨਮਕ ਉਹਦੇ ਵਿੱਚ ਪਾਤੇ, ਤਾਂ ਜਿਵੇਂ ਗੰਡੋਏ ਦੇ ਉੱਪਰ ਜੇ ਤੁਸੀਂ ਨਮਕ ਪਾਓ ਤਾਂ ਤੁਸੀਂ ਦੇਖਿਆ ਕੁਮਲਾ ਜਾਂਦੇ ਨੇ। ਉਹ ਜੀਵ, ਸੂਖਸ਼ਮ ਜੀਵੀ ਜਿਨ੍ਹਾਂ ਨੇ ਮਰੇ ਹੋਏ ਪੱਤੇ, ਬਣੇ ਹੋਏ ਜਾਨਵਰ, ਕੋਈ ਵੀ ਜਿਉਂਦੀ ਚੀਜ਼ ਜਿਹੜੀ ਕਦੀ ਜਿੰਦਾ ਸੀ ਹੁਣ ਮਰ ਗਈ ਹੈ, ਉਹਨੂੰ ਵਾਪਸ ਪਲਾਂਟ ਫੂਡ, ਖਾਣੇ, ਪੌਦੇ ਦਾ ਖਾਣਾ ਬਣਾਉਣਾ, ਉਹ ਜੀਵ ਸੂਖਸ਼ਮ ਜੀਵੀ ਹੀ ਨੇ, ਉਹ ਕੋਈ ਹੋਰ ਚੀਜ਼ ਨਹੀਂ ਉਹਨੂੰ ਬਣਾ ਸਕਦੀ। ਜਦੋਂ ਧਰਤੀ ਬਣੀ ਸੀ ਉਦੋਂ ਵੀ ਇਹਨੂੰ ਰਹਿਣ ਦੇ ਲਾਇਕ ਉਹੀ ਸੂਖਸ਼ਮ ਜੀਵਾਂ ਨੇ ਬਣਾਇਆ ਸੀ। ਉਦੋਂ ਇੱਥੇ ਆਕਸੀਜਨ ਵੀ ਨਹੀਂ ਸੀ, ਸਾਰਾ ਬੁਰਾ ਹਾਲ ਸੀਗਾ। ਤਾਂ ਅੱਜ ਵੀ ਇਹ ਜਿਹੜੇ ਸਾਲਟ ਹੈਗੇ ਨੇ ਵਿੱਚ ਤੁਹਾਡੀ ਜ਼ਮੀਨ ਦੇ ਸੈੱਟ ਹੋ ਰਹੇ ਨੇ, ਇਹਨਾਂ ਨੂੰ ਦੁਬਾਰਾ ਤੋਂ ਮੁੜ ਪਲਾਂਟ ਫੂਡ ਦੇ ਵਿੱਚ ਜਾਂ ਇਹਨਾਂ ਨੂੰ ਮੁੜ ਕੇ ਚਲੰਤ ਕਰਨ ਵਾਸਤੇ ਵੀ ਮਾਈਕਰੋਬੀਅਲ ਐਕਟੀਵਿਟੀ, ਸੂਖਸ਼ਮ ਜੀਵਾਂ ਦੀ ਹੋਂਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਉਹ ਇਹਦੇ ਵਿੱਚ ਜ਼ਿੰਦਾ ਕਿਵੇਂ ਰਹਿਣਗੇ? ਮੋਟਾ ਜੇ ਸਮਝੀਏ, ਦੇਖੋ ਇਹਦਾ ਪਸਾਰਾ ਬਹੁਤ ਹੈ ਬੜੈਚ ਸਾਹਿਬ। ਜੇ ਥਰਮੋਫਿਲਸ ਹੁੰਦੇ ਨੇ ਬਹੁਤ ਟੈਂਪਰੇਚਰ 'ਤੇ ਰਹਿਣ ਵਾਲੇ, ਮੈਸੋਫਿਲ ਤੁਹਾਡੇ ਮੇਰੀ ਵਰਗੀ ਟੈਂਪਰੇਚਰ 'ਤੇ, ਉਸ ਤੋਂ ਬਾਅਦ ਠੰਡੇ ਟੈਂਪਰੇਚਰ 'ਤੇ, ਆਕਸੀਜਨ ਦੇ ਨਾਲ, ਬਿਨਾਂ ਆਕਸੀਜਨ ਤੋਂ ਅਨੰਤ ਤਰ੍ਹਾਂ ਦੇ ਨੇ। ਕੋਈ ਫਾਸਫੋਰਸ ਨੂੰ ਬ੍ਰੇਕ ਡਾਊਨ ਕਰਦਾ, ਕੋਈ ਨਾਈਟ੍ਰੋਜਨ ਨੂੰ। ਅਸੀਂ ਇਹ ਸਾਰੇ ਪਸਾਰੇ ਦੇ ਵਿੱਚ ਜੇ ਅਸੀਂ ਪਾਵਾਂਗੇ ਤਾਂ ਅਸੀਂ ਉਲਝ ਜਾਵਾਂਗੇ, ਕਿਉਂਕਿ ਕੁਦਰਤ ਨੂੰ ਪੂਰਾ ਸਮਝਣਾ ਪੋਸੀਬਲ ਨਹੀਂ ਹੈਗਾ। ਹੌਲੀ ਹੌਲੀ ਅਸੀਂ ਸਮਝ ਰਹੇ ਹਾਂ। ਵਿਗਿਆਨ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਵਿਗਿਆਨ ਤਾਂ ਇੱਕ ਹੈ। ਗੱਲ ਇਹ ਹੈ ਕਿ ਮਕੜੀ ਸਾਹਿਬ, ਜਿਹੜਾ ਕਿਸਾਨ ਹੈ, ਆਮ ਕਿਸਾਨ, ਉਹਦੇ ਕੋਲ ਸਾਇੰਸ ਨਹੀਂ ਹੈਗੀ, ਲੇਕਿਨ ਉਹਦੇ ਕੋਲ ਗਿਆਨ ਬਹੁਤ ਜ਼ਿਆਦਾ, ਕਿਉਂਕਿ ਟ੍ਰੈਡੀਸ਼ਨਲ ਵਿਜ਼ਡਮ ਹੈ ਉਹਦੇ ਕੋਲ, ਖੇਤੀ ਕਰਦਾ ਆ ਰਿਹਾ। ਪਰ ਸਮੇਂ ਦੇ ਨਾਲ ਉਹਦੇ ਕੋਲੋਂ ਬਹੁਤ ਕੁਝ ਖੋਹ ਲਿਆ ਗਿਆ। ਤਕਨੀਕ ਆ ਗਈ, ਜਿਵੇਂ ਗੱਲ ਕੀਤੀ, ਸਰਕਾਰਾਂ ਦੀਆਂ ਪਾਲਿਸੀਆਂ ਆ ਗਈਆਂ, ਕਾਰਪੋਰੇਟ ਅਦਾਰੇ ਆ ਗਏ, ਬੜਾ ਕੁਝ ਆ ਗਿਆ। ਇਸ ਵਕਤ ਹੁਣ ਉਹ ਇੱਕ ਆਮ ਕਿਸਾਨ ਹੈ ਜਿਹੜਾ, ਉਹਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਕਿ ਉਹ ਕੀ ਕਰੇ ਤਾਂ ਕਿ ਉਹਦੀ ਜ਼ਮੀਨ ਬਚੇ, ਉਹਦੀ ਆਮਦਨ ਵੀ ਵੱਧ ਸਕੇ, ਉਹਦੇ ਖਾਣ ਵਾਸਤੇ ਵੀ ਉਹਦੇ ਕੋਲੇ ਕੁਝ ਆਵੇ ਤੇ ਉਹਦੀ ਸਿਹਤ ਬਣੇ?
ਬੜਾ ਸਾਹਿਬ ਇਸ ਤਰ੍ਹਾਂ ਹੈਗਾ ਕਿ ਜਿਵੇਂ ਕੈਂਸਰ ਸਾਰੇ ਸਰੀਰ ਦੇ ਵਿੱਚ ਜੇ ਫੈਲ ਗਿਆ, ਤੁਸੀਂ ਕਹੋ 2 ਗੋਲੀਆਂ ਨਾਲ ਇਲਾਜ ਹੋ ਜਾਵੇ ਤਾਂ ਭੁਲੇਖਾ ਹੈ। ਦੇਖੋ, ਇਹ ਜਿਹੜਾ ਬਰਬਾਦੀ ਕੀਤੀ ਹੈ ਅਸੀਂ ਕੀਤੀ ਹੈ, ਕਿਸੇ ਤੇ ਇਹਦਾ ਦੋਸ਼ ਬਣਨ ਦਾ ਕੋਈ ਫਾਇਦਾ ਨਹੀਂ ਹੈਗਾ। ਆਪਣੇ ਲਾਲਚ ਵਾਸਤੇ ਤੁਸੀਂ ਕਹੋ, ਜੇ ਤੁਸੀਂ ਭੋਲੇ ਬਣ ਕੇ ਵੀ ਕੀਤੀ ਹੈ ਤਾਂ ਕੀਤੀ ਤਾਂ ਹੈ, ਤੋਂ ਬਿਨਾਂ ਗਿਆਨ ਤੋਂ ਤਾਂ ਨੀਜੇ ਹੋਣਾ। ਇਹ ਤੁਹਾਨੂੰ ਗਿਆਨ ਸਮਝਣਾ ਪੈਣਾ। ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੇ ਇਹਨਾਂ 'ਤੇ ਸ਼ੋਧ ਕੀਤਾ, ਹੋਰ ਅੱਗੇ ਲੱਗਿਆ, ਉੱਥੇ ਜ਼ਿਆਦਾਤਰ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਲਾਲਚ ਦੇ ਵੱਸ ਪੈ ਕੇ ਨਾ ਉਹਨੂੰ ਗੜਬੜ ਕਰ ਦਿੰਦੇ ਨੇ। ਹੋਰ ਵੱਡੀ ਪ੍ਰੋਬਲਮ ਇਹ ਹੈ ਕਿ ਝੂਠ ਸੱਚ ਦੀ ਤਰ੍ਹਾਂ ਸਥਾਪਿਤ ਹੋ ਗਿਆ ਸਾਡੀ ਸੁਸਾਇਟੀ ਦੇ ਵਿੱਚ। ਜੇ ਮੈਂ ਜਾਣ ਬੁੱਝ ਕੇ ਝੂਠ ਬੋਲਦਾ ਫਿਰ ਤਾਂ ਫੜਿਆ ਜਾਂਦਾ ਜੀ। ਮੈਂ ਸ਼ੁਰੂ ਤੋਂ ਪੜ੍ਹਿਆ ਹੀ ਇਸ ਤਰ੍ਹਾਂ, ਸਮਝਿਆ ਹੀ ਇਸ ਤਰ੍ਹਾਂ ਕਿ ਮੈਨੂੰ ਉਹ ਝੂਠ ਹੀ ਸੱਚ ਲੱਗਦਾ, ਤਾਂ ਮੈਂ ਅਸਲ 'ਚ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਹੋ ਰਿਹਾ ਨੁਕਸਾਨ। ਤਾਂ ਜਿਹੜਾ ਸਾਡਾ ਪੁਰਾਤਨ ਗਿਆਨ ਹੈ, ਏਸ਼ੀਅੰਟ ਵਿਜ਼ਡਮ ਹੈ, ਉਹ ਵੀ ਖੁੰਝ ਗਿਆ ਸਾਡੇ ਹੱਥੋਂ, ਵਿਸਰ ਗਿਆ, ਕਿਉਂਕਿ ਅਸੀਂ ਉਹਨੂੰ ਪ੍ਰੈਕਟਿਸ ਨਹੀਂ ਕੀਤਾ, ਉਹਨੂੰ ਡਾਕੂਮੈਂਟ ਨਹੀਂ ਕੀਤਾ। ਜਿਹੜੀ ਪਰਾਠੀ ਮੇਰੀ ਨਾਨੀ ਬਣਾਉਂਦੀ ਸੀ ਉਹਦੇ ਨਾਲ ਹੀ ਚਲੀ ਗਈ, ਕਿਉਂਕਿ ਉਹਨੂੰ ਡਾਕੂਮੈਂਟ ਨਹੀਂ ਕੀਤਾ। ਬਾਹਰਲੇ ਮੁਲਕ ਦੇ ਲੋਕਾਂ ਨੇ ਇਹਨੂੰ ਸਟੈਂਡਰਡਾਈਜ਼ ਕੀਤਾ। ਲੇਕਿਨ ਜੇ ਤੁਸੀਂ ਗ੍ਰੀਨ ਰੈਵੋਲੂਸ਼ਨ ਦੀ ਜਿਵੇਂ ਗੱਲ ਕਰਦੇ ਹੋ, ਤਾਂ ਰੌਕਰਫੈਲਰ ਫਾਊਂਡੇਸ਼ਨ ਨੇ ਇਹਨੂੰ ਸ਼ੁਰੂ ਕਰਾਇਆ ਸੀ, ਜਿਹੜੀ ਦੁਨੀਆ ਦੀ ਸਭ ਤੋਂ ਅਮੀਰ ਕੰਪਨੀ ਹੈ। ਅੱਜ ਅੱਗੋਂ ਫਰਦਰ ਉਹਨੂੰ ਬਿਲ ਗੇਟਸ ਵਗੈਰਾ ਨੇ ਲਿਆ, ਔਰ ਉਹ ਕੀ ਕਰ ਰਹੇ ਨੇ, ਉਹ ਕਹਿ ਰਹੇ ਕਿ ਜਿਹੜਾ ਬੀਜ ਹੈ ਉਹ ਵੀ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ, ਕਿਉਂਕਿ ਬੀਜ ਉਸ ਦਾ ਹਾਰਡੀ ਬੀਜ ਕਹਿ ਦਿੰਦੇ ਆ ਵੀ ਇਹ ਜਿਹੜਾ ਬੀਜ ਹੈ ਇਹ ਧੁੱਪ ਦੇ ਵਿੱਚ ਹੀ ਹੋ ਸਕਦਾ, ਇਹਨੂੰ ਪਾਣੀ ਘੱਟ ਚਾਹੀਦਾ, ਇਹਨੂੰ ਫਲਾਣਾ ਘੱਟ ਚਾਹੀਦਾ। ਪਰ ਉਹ ਬੀਜ ਜਿਹੜੀ ਉਪਜ ਕਰੂਗਾ, ਉਹ ਉਪਜ ਵੀ ਕ੍ਰਿਤਰਮ ਹੀ ਹੈ, ਆਰਟੀਫਿਸ਼ੀਅਲ ਹੈ। ਉਹ ਕੋਈ ਸਹੀ ਫੀਸ ਨਹੀਂ। ਅਸੀਂ ਮੁੱਦੇ 'ਤੇ ਜੇ ਆਉਂਦੇ ਹਾਂ ਤਾਂ ਕਿ ਜ਼ਮੀਨ ਨੂੰ ਅਸੀਂ ਕਿਵੇਂ ਦੁਬਾਰਾ ਜ਼ਿੰਦਾ ਕਰਨਾ, 3 ਚੀਜ਼ਾਂ ਇਹਦੇ ਵਾਸਤੇ ਬਹੁਤ ਜ਼ਰੂਰੀ ਨੇ ਬੜਾ ਸਾਹਿਬ। ਇੱਕ ਤਾਂ ਗਿਆਨ, ਬਿਨਾਂ ਗਿਆਨ ਤੋਂ ਨੀਜੇ ਹੋਣਾ, ਐਵੇਂ ਤੁੱਕੇ ਤੱਕੇ ਲਾਣਾ ਇਹ ਪੋਸੀਬਲ ਨਹੀਂ ਹੈਗਾ। ਵਿਗਿਆਨ ਇੱਕੋ ਹੀ ਹੈ, ਸਾਇੰਸ ਨੇ ਖੂਬ ਇਹਦੇ 'ਤੇ ਤਰੱਕੀ ਕੀਤੀ ਹੈ। ਅੱਗੋਂ ਜਿਹੜੇ ਬੱਚੇ ਪੜ੍ਹ ਲਿਖ ਕੇ ਆ ਰਹੇ ਨੇ, ਹੁਣ ਪੜ੍ਹਨ ਲਿਖਣ ਦਾ ਵੀ ਚੱਕਰ ਹੈ। ਜੇ ਮੈਂ ਪੜ੍ਹਾਈ ਸਿਰਫ ਇਸ ਕਰਕੇ ਕਰ ਰਿਹਾ ਕਿ ਮੈਨੂੰ ਜੀ BSc ਐਗਰੀਕਲਚਰ ਕਰਕੇ ਨੌਕਰੀ ਮਿਲ ਜਾਏਗੀ, ਅਤੇ ਫਿਰ ਉਹ ਪੜ੍ਹਾਈ ਕੀਤੀ ਜਾਂ ਨਾ ਕੀਤੀ ਇੱਕ ਬਰਾਬਰ ਹੀ ਹੈ। ਪੈਸ਼ਨੇਟ ਬੰਦਾ ਜਿਹੜਾ ਉਹਨੂੰ ਪੜ੍ਹ ਰਿਹਾ, ਅਗਾਂਹ ਵਧੂ ਕਿਸਾਨ ਵੀ ਬਹੁਤ ਸਾਰੇ ਹੈਗੇ ਨੇ, ਇਹ ਤਾਂ ਹੈ ਨਹੀਂ। ਅੱਜ ਹੁਣ ਅਸੀਂ ਰੂੜੀਆਂ ਪਾਉਣ ਲੱਗ ਗਏ ਖੇਤ ਵਿੱਚੋਂ, ਤਾਂ ਇੱਕ ਟਾਈਮ ਆ ਗਿਆ ਸੀ ਕਿ ਬਿਲਕੁਲ ਹੀ ਖਤਮ ਕਰਤਾ ਸੀ, ਬਿਲਕੁਲ ਖਤਮ ਹੋ ਗਿਆ ਸੀਗਾ। ਅੱਛਾ, ਹੁਣ ਉਹ ਰੂੜੀ ਅਸਲ 'ਚ ਰੇਹ ਬਣ ਚੁੱਕੀ ਹੈ ਕਿ ਨਹੀਂ, ਉਹ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ। ਇੱਕ ਗੱਲ ਮੈਂ ਇੱਥੇ ਹੋਰ ਜੋੜ ਦੇਵਾਂ ਕਿ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ 70% ਤਾਂ ਫਰੂਟ ਦੇ ਵਿੱਚ ਚਲਾ ਗਿਆ ਨਿਊਟ੍ਰੀਸ਼ਨ, ਜੋ ਬਚਿਆ ਉਹ ਪੱਤੀਆਂ ਅਤੇ ਟਹਿਣੀਆਂ ਦੇ ਵਿੱਚ ਹੈਗਾ। ਅਤੇ ਜਦੋਂ ਮਰਦਾ ਬੂਟਾ ਤਾਂ ਉਹਦੇ 'ਚੋਂ ਵੀ 20% ਧਰਤੀ ਨੂੰ ਵਾਪਸ ਕਰ ਦਿੰਦਾ। ਪਰ ਮੰਨ ਲਓ ਜਿਹੜਾ ਗਿੱਲਾ ਚਾਰਾ ਅਸੀਂ ਪਸ਼ੂਆਂ ਨੂੰ ਦੇ ਰਹੇ ਹਾਂ, ਪਸ਼ੂ ਉਹਦੇ 'ਚੋਂ ਆਪਣਾ ਸਰੀਰ ਬਣਾ ਰਿਹਾ ਹੈ, ਦੁੱਧ ਵੀ ਆਪਣੇ ਬੱਚੇ ਵਾਸਤੇ ਪੈਦਾ ਕਰ ਰਿਹਾ ਹੈ। ਦੁੱਧ ਉਹਨੇ ਸਾਡੇ ਵਾਸਤੇ ਨਹੀਂ ਪੈਦਾ ਕੀਤਾ, ਟੀਕੇ ਟੂਕੇ ਲਾ ਕੇ 100 ਲੀਟਰ ਦੁੱਧ ਤੁਸੀਂ ਉਹ ਤੋਂ ਲੈ ਲਿਆ। ਮੈਨੂੰ ਨਹੀਂ ਸਮਝ ਆਇਆ ਕਿ ਕਿਹੜਾ ਬਛੜਾ 100 ਲੀਟਰ ਦੁੱਧ ਪੀਏਗਾ, ਸਾਰਾ ਉਹ ਵੀ ਆਰਟੀਫਿਸ਼ੀਅਲ ਹੈ। ਇਹਦੇ ਨਾਲ ਤਾਂ ਪਾਣੀ ਰਲਾਇਆ ਖਰਾ, ਅਤੇ ਉਹ ਪੱਤੀਆਂ ਦੇ ਵਿੱਚੋਂ ਜਿਹੜਾ ਉਹਨੇ ਸਰੀਰ ਬਣਾਇਆ ਔਰ ਦੁੱਧ ਦਿੱਤਾ, ਅਤੇ ਜਿਹੜਾ ਗੋਬਰ ਉਹਨੇ ਗਿਰਾਇਆ, ਕਿਆ ਤੁਹਾਨੂੰ ਲੱਗਦਾ ਕਿ ਦੁਬਾਰਾ ਫਰੂਟ ਬਣਾ ਦੇਗਾ? ਕਦੀ ਵੀ ਨਹੀਂ। ਇਹਦਾ ਮਤਲਬ ਗੋਬਰ ਬੇਕਾਰ ਹੋ ਗਿਆ? ਬਿਲਕੁਲ ਨਹੀਂ। ਉਹਦੀ ਆਪਣੀ ਜ਼ਰੂਰਤ ਹੈ। ਜ਼ਮੀਨ ਦੇ ਅੰਦਰ 9 ਤਰ੍ਹਾਂ ਦੇ ਕਾਰਬਨ ਹੁੰਦੇ ਨੇ। ਕੋਈ ਇਸ ਤਰ੍ਹਾਂ ਦਾ ਕਾਰਬਨ ਹੈ ਜਿਹਦੇ 'ਚ ਮਾਈਕਰੋ ਆਰਗੈਨਿਜ਼ਮਸ ਰਹਿੰਦੇ ਨੇ, ਜਿਹੜੇ ਉਹ ਜੀਵਾਣੂ ਸਾਡੇ ਵਾਸਤੇ ਦੁਬਾਰਾ ਤੋਂ ਇਹ ਸਾਰੀ ਚੀਜ਼ ਨੂੰ ਤੋੜ ਕੇ ਖਾਦ ਬਣਾਉਣਗੇ, ਪਲਾਂਟ ਦਾ ਫੂਡ ਬਣਾਉਣਗੇ। ਉਹਨਾਂ ਨੂੰ ਜਿੰਦਾ ਰਹਿਣ ਦੀ ਵਿਵਸਥਾ ਵੀ ਤਾਂ ਕਰਾਂਗੇ ਨਾ ਸਰ, ਉਹਨਾਂ ਨੂੰ ਪਾਣੀ ਪਹੁੰਚਾਵਾਂਗੇ, ਹਵਾ ਪਹੁੰਚਾਵਾਂਗੇ, ਖਾਣਾ ਪਹੁੰਚਾਵਾਂਗੇ। ਇੱਕ ਵੀ ਚੀਜ਼ ਦੀ ਘਾਟ ਹੈ ਤਾਂ ਉਹ ਖਤਮ ਹੋ ਜਾਣਗੇ। ਤਾਂ ਮੁੱਕ ਦੀ ਗੱਲ, ਇੰਨੇ ਸਾਰੇ ਪਸਾਰੇ ਦੀ ਕਹਾਣੀ ਇੱਥੇ ਆਉਂਦੀ ਹੈ ਕਿ ਵੰਨ ਸਵੰਨਾ ਜਿਹੜਾ ਤੁਹਾਡਾ ਬਾਇਓਮਾਸ ਹੈ, ਬਾਇਓਮਾਸ ਮਤਲਬ ਜਿਹੜਾ ਕਿਸੇ ਵੇਲੇ ਜਿਉਂਦਾ ਸੀ, ਪੱਤੇ, ਝਾੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ, ਉਹਨਾਂ ਨੂੰ ਸਹੀ ਤਰ੍ਹਾਂ ਕੰਪੋਸਟ ਕਰਕੇ, ਕੰਪੋਸਟਿੰਗ ਮਤਲਬ ਬ੍ਰੇਕ ਡਾਊਨ ਕਰਕੇ ਜਿਹੜਾ ਜੀਵਾਣੂਆਂ ਨੇ ਕਰਨਾ ਹੈ। ਸਿਰਫ ਇੱਕ ਰੂੜੀ ਦਾ ਢੇਰ ਲੱਗਿਆ ਹੋਇਆ ਰੇਹ ਕਿਸ ਤਰ੍ਹਾਂ ਬਣ ਜਾਏਗਾ ਜੀ? ਉਹਦੇ ਅੰਦਰ ਹਵਾ ਨਹੀਂ ਲੱਗ ਰਹੀ, ਕੁਛ ਨਹੀਂ ਲੱਗ ਰਹੀ, ਅੰਦਰੋਂ ਸੜ ਗਿਆ, ਉੱਪਰੋਂ ਸੁੱਕ ਗਿਆ। ਸੁੱਕਿਆ ਹੋਇਆ ਟੁੱਟਿਆ ਤਾਂ ਹੈ ਨਹੀਂ ਉਹ। ਤਾਂ ਸਾਨੂੰ ਇਹ ਵਿਗਿਆਨ ਨੂੰ ਸਮਝਣਾ ਪੈਣਾ। ਆਪਣੀ ਮਿੱਟੀ ਦੇ ਅੰਦਰ ਵੰਨ ਸਵੰਨੇ 'ਚ ਬਾਇਓਮਾਸ ਤੋਂ ਖਾਓ ਪਾਣੀ ਪੈਣੀ ਹੈ, ਰੁੱਖ ਲਾਣੇ ਪੈਣੇ ਆ ਅਲੱਗ-ਅਲੱਗ, ਤਾਂ ਕਿ ਉਹਦੀ ਛਾਂ ਦੇ ਵਿੱਚ ਅਲੱਗ-ਅਲੱਗ ਚੀਜ਼ ਹੋਵੇ। ਹਰੇਕ ਬੂਟੇ ਦੀਆਂ ਜੜ੍ਹਾਂ 'ਚ ਅਲੱਗ ਤਰ੍ਹਾਂ ਦੇ ਜੀਵਾਣੂ ਆਉਣਗੇ। ਤਾਂ ਇਹ ਸਾਰੀ ਚੀਜ਼ ਨੂੰ ਕ੍ਰੀਏਟ ਕਰਨ ਵਾਸਤੇ ਗਿਆਨ ਚਾਹੀਦਾ, ਸਾਧਨ ਸੰਸਾਧਨ ਚਾਹੀਦੇ ਨੇ, ਅਤੇ ਸਮਾਂ ਚਾਹੀਦਾ। ਹੁਣ ਡੈਮੇਜ ਇੰਨੀ ਜ਼ਿਆਦਾ ਹੋ ਚੁੱਕੀ ਹੈ। ਮੰਨ ਲਓ ਮੈਂ ਕਾਰ ਲੈ ਲਈ, ਟੈਕਸੀ ਚਲਾਈ 3 ਸਾਲ, ਕੰਮ ਉਹਦਾ ਕਿਰਾਇਆ ਕੋਈ ਨਹੀਂ, ਹੁਣ ਉਹਦੇ ਵੱਜ ਕੇ ਵਾਜੇ, ਕਿਸ਼ਤਾਂ ਅਜੇ ਮੁੱਕੀਆਂ ਨਹੀਂ, ਅਤੇ ਮੈਂ ਉਸ ਸਿਚੁਏਸ਼ਨ 'ਤੇ ਖੜ੍ਹਾ ਅੱਜ ਦੀ ਘੜੀ। ਮੁਸ਼ਕਿਲ ਹੈ, ਨਾਮੁਮਕਿਨ ਨਹੀਂ, ਕੀਤਾ ਜਾ ਸਕਦਾ। ਜਿਹੜੇ ਯੰਗਸਟਰਸ ਨੇ ਫਸਟਰੇਟ ਹੋ ਗਏ, ਫਸਟਰੇਟ ਹੋਣ ਦਾ ਵੀ ਕਾਰਨ ਹੈ ਕਿਉਂਕਿ ਮਿਹਨਤ ਕਰਨਾ ਉਹ ਜਾਣਦੇ ਨੇ,
ਠੱਗੀ ਕਰਨੀ ਉਹਨਾਂ ਨੇ ਸਿੱਖੀ ਨਹੀਂ MBA ਕਰਕੇ, ਜਿਹਨੂੰ ਅਸੀਂ ਸਮਾਰਟ ਵਰਕ ਕਹਿੰਦੇ ਹਾਂ। ਅਤੇ ਅੱਜ ਜਦੋਂ ਕਿਸੇ ਚੀਜ਼ ਨੂੰ ਵੇਚਣ ਜਾਂਦੇ ਨੇ, ਵੇਚਣ ਵਾਲਾ ਸਮਾਰਟ ਵਰਕ ਕਰਦਾ, ਉਹਦਾ ਸ਼ੋਸ਼ਣ ਕਰਦਾ, ਉਹਨੇ ਕਰਨਾ ਹੀ ਕਰਨਾ। ਜੇ ਤੁਸੀਂ FPO ਵੀ ਬਣਾ ਲਓ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਲਓ, ਇੱਕ ਬੰਦੇ ਦਾ ਕੰਮ ਹੈ ਮਿਹਨਤ ਕਰਨਾ, ਉਹ ਮਿਹਨਤ ਕਰ ਦੇਗਾ। ਅੱਜ ਕੋਈ ਆਊਟਪੁੱਟ ਦੀ ਪ੍ਰੋਡਕਸ਼ਨ ਦੀ ਘਾਟ ਤਾਂ ਹੈ ਨਹੀਂ, ਕੁਆਲਿਟੀ ਫੂਡ ਨਹੀਂ ਸਾਡੇ ਕੋਲ ਆਗਾ। ਲੇਕਿਨ ਜਦੋਂ ਵੇਚਣ ਜਾਏਗਾ, ਜਿਹੜਾ ਵੇਚਣ ਵਾਲਾ ਉਹ ਸੋਚੇਗਾ ਕਿ ਸਭ ਕੁਝ ਮੇਰੇ ਕੋਲ ਆ ਜਾਵੇ। ਉਸ ਕਰਕੇ ਸਾਡਾ ਜਿਹੜਾ ਯੂਥ ਹੈ ਉਹ ਇੰਨਾ ਐਕਸਪਲੋਇਟ ਹੋ ਚੁੱਕਿਆ ਕਿ ਯਾਰ ਕੰਮ ਤਾਂ ਮੇਰੇ ਤੋਂ ਜਿਹੜਾ ਮਰਜ਼ੀ ਕਰਵਾ ਲਓ, ਮੇਰਾ ਮੁੱਲ ਤਾਂ ਪਾਓ। ਇਸੇ ਕਰਕੇ ਜਦੋਂ ਵਿਦੇਸ਼ ਜਾਂਦਾ ਉਹਦਾ ਮੁੱਲ ਪੈਂਦਾ, ਉਹ ਕਰਦਾ ਉੱਥੇ ਵੀ ਮਿਹਨਤ ਹੈ, ਉੱਥੇ ਵੀ ਇੰਨੀਆਂ ਬੈਰੀਜ਼ ਪੈਦਾ ਕਰ ਦਿੰਦਾ, ਉੱਥੇ ਵੀ ਇੰਨੇ ਸੇਬ ਪੈਦਾ ਕਰ ਦਿੰਦਾ। ਅਤੇ ਜਿੱਥੇ ਉਹਨੂੰ ਇੰਟੈਲੀਜੈਂਸੀਆ ਦਾ ਮੌਕਾ ਮਿਲਦਾ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਉਹ ਲੀਡ ਵੀ ਕਰ ਰਿਹਾ। ਸਿਰਫ ਇੱਕੋ ਹੀ ਚੀਜ਼ ਦੀ ਉੱਥੇ ਕਮੀ ਹੈ ਕਿ ਸਮਾਰਟਨੈਸ ਨਹੀਂ ਹੈਗਾ, ਤੁਹਾਡੀ ਚੀਜ਼ ਦਾ ਮੁੱਲ ਪੈ ਰਿਹਾ, ਉਹ ਇੱਥੇ ਪੈ ਨਹੀਂ ਰਿਹਾ। ਉਹਦਾ ਜੇ ਕਸੂਰ ਅਸੀਂ ਕੱਢਦੇ ਹਾਂ, ਸਭ ਤੋਂ ਪਹਿਲਾਂ ਸਾਡੇ 'ਤੇ ਹੈ, ਕਿਉਂਕਿ ਅਸੀਂ ਕਿਤੇ ਨਾ ਬੈਠ ਗਏ ਆਰਾਮ ਨਾਲ। ਔਰ ਤੁਸੀਂ ਇਹਨੂੰ ਭੋਲਾਪਨ ਕਹਿ ਲਓ ਜਾਂ ਤੁਸੀਂ ਇਹਨੂੰ ਆਲਸ ਕਹਿ ਲਓ, ਆਲਸ ਵੀ ਤੁਹਾਡੇ ਹੱਡਾਂ ਦੇ ਵਿੱਚ ਪੈ ਗਿਆ। ਤਾਂ ਜ਼ਮੀਨ ਨੂੰ ਤਾਂ ਜ਼ਿੰਦਾ ਕਰਨਾ ਹੀ ਪੈਣਾ ਜੀ। ਜਿਹੜੇ ਰਿਲਾਇੰਸ ਵਾਲੇ ਨੇ, ਜਿਹੜੇ ਮਹਿੰਦਰਾ ਵਾਲੇ ਨੇ, ਸਿਰਫ ਹਿੰਦੁਸਤਾਨ 'ਚ ਨਹੀਂ ਵਰਲਡ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਪਲਾਂਟ ਉਹਨਾਂ ਨੇ ਕੰਪੋਸਟਿੰਗ ਯੂਨਿਟਸ ਲਗਾਏ ਨੇ। ਟਣਾਂ ਦੇ ਟਣ ਉੱਥੇ ਮਤਲਬ ਪੂਰੇ ਪੇੜ ਲਿਆ ਕੇ ਉਹਨਾਂ ਦੇ ਚਿਪਸ ਬਣਾ ਕੇ ਉਹਨੂੰ ਕਰਕੇ ਉਹਦੀਆਂ ਖਾਦਾਂ ਤੇ ਉਹ ਸਭ ਬਣਾ ਰਹੇ ਨੇ। ਕਿਉਂਕਿ ਸਮਝ ਤਾਂ ਉਹਨਾਂ ਨੂੰ ਵੀ ਹੈ ਕਿਤੇ ਨਾ ਕਿਤੇ ਕਿ ਜੇ ਮਿੱਟੀ ਜਿਉਂਦੀ ਨਹੀਂ, ਇਹਦੇ ਅੰਦਰ ਸੀਮੈਂਟ ਵਾਂਗੂ ਸਾਲਟ ਪੱਕ ਕੇ ਹਵਾ ਅੰਦਰ ਜਾ ਨਹੀਂ ਰਹੀ, ਗੁਡਾਈ ਕਰੋਗੇ ਤਾਂ ਰੂਟਸ ਟੁੱਟਦੀਆਂ ਨੇ, ਤਾਂ ਇਹਦੇ ਵਿੱਚ ਕੋਈ ਉਪਜ ਬਹੁਤੀ ਲੰਬੀ ਚੌੜੀ ਦੇਰ ਹੋਣ ਵਾਲੀ ਹੈ ਨਹੀਂ ਜੀ। ਤੋ ਮੇਰੇ ਹਿਸਾਬ ਨਾਲ ਤਾਂ ਮਿੱਟੀ ਨੂੰ ਜ਼ਿੰਦਾ ਕਰਨਾ ਤੋਂ ਇਲਾਵਾ ਆਪਸ਼ਨ ਕੋਈ ਨਹੀਂ। ਸਾਧਨ ਕਿੱਥੋਂ ਆਉਣਗੇ, ਨੌਲੇਜ ਕਿੱਥੋਂ ਆਏਗੀ? ਇਹਦੇ ਬਗੈਰ ਜੇ ਅਸੀਂ ਕਰ ਰਹੇ ਹਾਂ ਤਾਂ ਭੁਲੇਖਾ ਹੀ ਹੈ ਜੀ। ਬਹੁਤ ਜਾਣਕਾਰੀ ਜੋ ਸਾਨੂੰ ਰਾਜਪਾਲ ਜੀ ਨੇ ਦਿੱਤੀ ਹੈ, ਉਹਦੇ ਵਿੱਚ ਕੁਝ ਗੱਲਾਂ ਬੜੀਆਂ ਸਪਸ਼ਟ ਰੂਪ 'ਚ ਆਈਆਂ ਨੇ ਕਿ ਅਸੀਂ ਜ਼ਮੀਨ ਨੂੰ ਆਪ ਖਤਮ ਕੀਤਾ ਔਰ ਹੁਣ ਉਸ ਜ਼ਮੀਨ ਨੂੰ ਜ਼ਿੰਦਾ ਕਰਨ ਲਈ ਉਹਦੇ ਵਿੱਚੋਂ ਕੁਝ ਨਾ ਕੁਝ ਕੱਢਣ ਲਈ ਉਹ 'ਚ ਪਾਉਣਾ ਬੜਾ ਜ਼ਰੂਰੀ ਹੈ। ਔਰ ਅਸੀਂ ਵੇਖਿਆ ਕਿ ਬਹੁਤ ਸਾਰੀਆਂ ਕੰਪਨੀਆਂ ਤਾਂ ਕਚਰੇ ਤੋਂ ਖਾਦ ਪੈਦਾ ਕਰਕੇ, ਤੁਸੀਂ ਅੱਜ ਵੀ ਵੇਖਦੇ ਹੋਵੋਗੇ ਬਾਜ਼ਾਰ ਦੇ ਵਿੱਚ ਗੰਡੋਆ ਖਾਦ ਵਿਕ ਰਹੀ ਹੈ, ਮਿੱਟੀ ਵਿਕ ਰਹੀ ਹੈ। ਲੇਕਿਨ ਗੱਲ ਹੈ ਕਿ ਵਿਗਿਆਨ ਦੀ ਹੈ ਕਿ ਵਿਗਿਆਨ ਦੇ ਨਾਲ ਉਹਨਾਂ ਨੇ ਉਸ ਨੂੰ ਖਾਦ ਬਣਾ ਕੇ ਥੈਲੀਆਂ 'ਚ ਪਾ ਕੇ ਤੁਹਾਡੇ ਘਰਾਂ 'ਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਇਹ ਟ੍ਰੈਡੀਸ਼ਨਲ ਵਿਜ਼ਡਮ ਸਾਡੇ ਕੋਲੇ ਸੀ, ਸਾਡੇ ਪੁਰਾਣੇ ਬਜ਼ੁਰਗ ਸੀ ਜਿਹੜੇ ਸਬਜ਼ੀਆਂ ਦੇ ਪੱਤੇ, ਫਲਾਂ ਦੇ, ਬਾਕੀ ਦੂਸਰੀ ਜਿਹੜੀ ਖੁਰਾਕ ਸਾਡੇ ਖੇਤਾਂ ਦੇ ਵਿੱਚ ਹੁੰਦੀ ਸੀ ਫਸਲਾਂ, ਉਹਨਾਂ ਨੂੰ ਰੂੜੀ ਦੇ ਰੂਪ ਵਿੱਚ ਪੈਦਾ ਕਰਦੇ ਸੀ। ਔਰ ਹਰ 6 ਮਹੀਨੇ ਬਾਅਦ, ਸਾਲ ਬਾਅਦ ਰੂੜੀ ਖੇਤਾਂ 'ਚ ਪੈਂਦੀ ਸੀ। ਫਿਰ ਉਹ ਹੌਲੀ ਹੌਲੀ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਜੈਵਿਕ ਮਾਦਾ ਉਹਦੇ ਵਿੱਚ ਪੈਦਾ ਹੁੰਦਾ ਰਹਿੰਦਾ ਸੀ, ਉਹ ਅਸੀਂ ਖਤਮ ਕਰ ਦਿੱਤਾ ਕਿਉਂਕਿ ਅਸੀਂ ਮਸਨੂਈ ਖਾਦਾਂ, ਨਕਲੀ ਖਾਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹੋ ਗਈਆਂ ਨੇ। ਨੌਜਵਾਨਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਅੱਗੇ ਆਉਣ ਦੀ ਇਸ ਵਕਤ ਲੋੜ ਹੈ। ਇਸ ਵਕਤ ਸਿਰਫ ਇੱਕੋ ਗੱਲ ਦੀ ਲੋੜ ਹੈ ਕਿ ਅਸੀਂ ਮਿਹਨਤ ਵਾਲੇ ਪਾਸੇ ਆਈਏ, ਗਿਆਨ ਲੈ ਕੇ ਅਸੀਂ ਇਸ ਜ਼ਮੀਨ ਨੂੰ ਜ਼ਿੰਦਾ ਕਰੀਏ। ਇਹਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ ਹੈ, ਪਰ ਉਹਦੇ ਲਈ ਸਬਰ ਅਤੇ ਸਮੇਂ ਦਾ ਸਾਨੂੰ ਖਿਆਲ ਰੱਖਣਾ ਪੈਣਾ, ਕਿਉਂਕਿ ਇੱਕੋ ਰਾਤ ਦੇ ਵਿੱਚ ਅਸੀਂ ਨਾ ਅਮੀਰ ਹੋ ਸਕਦੇ ਹਾਂ ਅਤੇ ਨਾ ਅਸੀਂ ਰਾਤੋਂ ਰਾਤ ਫੈਕਟਰੀਆਂ ਲਾ ਸਕਦੇ ਹਾਂ, ਨਾ ਰਾਤੋਂ ਰਾਤ ਅਸੀਂ ਬਹੁਤ ਵੱਡੇ ਬਿਜ਼ਨਸਮੈਨ ਬਣ ਸਕਦੇ ਹਾਂ। ਸਮਾਂ ਅਤੇ ਸਬਰ ਦੋਨੋਂ ਖੇਤੀ ਦੇ ਵਿੱਚ ਬਹੁਤ ਮਹੱਤਤਾ ਹੈ ਇਹਨਾਂ ਦੀ। ਔਰ ਸਦੀਆਂ ਤੋਂ ਸਾਡੇ ਕਿਸਾਨਾਂ ਦੇ ਤਾਂ ਖੂਨ ਵਿੱਚ ਹੈ ਇਹ ਚੀਜ਼ ਕਿ ਉਹ ਬੀਜ ਬੀਜਣ ਤੋਂ ਬਾਅਦ ਫਿਰ ਸਮੇਂ ਲਾ ਕੇ ਇੰਤਜ਼ਾਰ ਕਰਦੇ ਆ। ਇਸੇ ਦੀ ਅੱਜ ਲੋੜ ਹੈ ਕਿ ਆਪਾਂ ਰਲ ਕੇ ਇਸ ਮਿੱਟੀ ਨੂੰ, ਇਸ ਜ਼ਮੀਨ ਨੂੰ ਦੁਬਾਰੇ ਜ਼ਿੰਦਾ ਕਰ ਸਕੀਏ। ਰਾਜਪਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਕੋਲ ਬਹੁਤ ਜਾਣਕਾਰੀ ਹੈ, ਅਥਾਹ ਸਮੁੰਦਰ ਹੈ, ਪਰ ਅਸੀਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਜਿੰਨੀ ਗੱਲ ਲੈ ਸਕੇ ਹਾਂ ਉਹਦੇ ਲਈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਧੰਨਵਾਦ। ਮੈਨੂੰ ਉਮੀਦ ਨਹੀਂ, ਮੈਨੂੰ ਯਕੀਨ ਹੈ ਕਿ ਜਿਹੜਾ ਸਿਰੜ ਪੰਜਾਬੀਆਂ ਕੋਲ ਹੈ, ਜਿਹੜਾ ਅਸੀਂ ਅੰਦੋਲਨ 'ਤੇ ਦੇਖ ਰਹੇ ਹਾਂ, ਬਿਨਾਂ ਪੈਸੇ, ਬਿਨਾਂ ਸਾਧਨ, ਅਤੇ ਜ਼ਮੀਨ ਨੂੰ ਜ਼ਿੰਦਾ ਕਰਨਾ ਤਾਂ ਕੋਈ ਖਾਸ ਲੰਬੀ ਗੱਲ ਨਹੀਂ, ਸਿਰਫ ਸੋਚ ਦੀ ਲੋੜ ਹੈ। ਬਹੁਤ ਤੁਹਾਡਾ ਧੰਨਵਾਦ। ਔਰ ਤੁਹਾਡੇ ਉਪਰਾਲੇ ਦਾ ਮੈਂ ਬਹੁਤ ਜ਼ਿਆਦਾ ਮਸ਼ਗੂਲ ਹਾਂ ਕਿ ਤੁਸੀਂ ਵਾਕਈ ਪੰਜਾਬ ਨੂੰ ਮੁੜ ਸੁਰਜੀਤ ਕਰਨ ਵਾਸਤੇ ਇੰਨਾ ਵਧੀਆ ਐਂਡੇਵਰ ਕਰ ਰਹੇ ਹੋ। ਬਹੁਤ ਧੰਨਵਾਦ। ਗਲੋਬਲ ਪੰਜਾਬ TV ਲਈ ਕੈਮਰਾਮੈਨ ਅਤੁਲ ਵਰਮਾ ਦੇ ਨਾਲ ਮੈਂ ਅਮਰਜੀਤ ਵੜੈਚ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।